ਹਲਕਾ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਇੰਦਰਜੀਤ ਕੌਰ ਮਾਨ ਨੇ ਨਗਰ ਬਿਲਗਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪ੍ਰੈਸ ਮਿਲਣੀ ਕੀਤੀ। ਉਹਨਾਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋਂ ਸਿਹਤ, ਸਿੱਖਿਆ, ਸਫਾਈ ਅਤੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਛੱਪੜਾਂ ਦੀ ਸਫਾਈ ਕਰਕੇ ਪਾਰਕ ਬਣਾਏ ਜਾਣਗੇ ਅਤੇ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਰਿੰਗ ਰੋਡ ਵੀ ਜਲਦੀ ਹੀ ਬਣਾਇਆ ਜਾਵੇਗਾ। ਸਰਕਾਰੀ ਹਸਪਤਾਲ ਦੇ ਪ੍ਰਬੰਧ ਦਾ ਸੁਧਾਰ ਕਰਕੇ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣਗੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਇਲਾਜ ਪ੍ਰਣਾਲੀ ਅਪਣਾ ਕੇ ਅਤੇ ਨਸ਼ਿਆਂ ਨੂੰ ਵਿਕਣ 'ਤੇ ਰੋਕ ਲਗਾਈ ਜਾਵੇਗੀ। BBB ਨਿਊਜ਼ ਲਈ ਨਗਰ ਬਿਲਗਾ ਤੋਂ ਖਾਸ ਰਿਪੋਰਟ। ਸਤਿ ਸ਼੍ਰੀ ਅਕਾਲ ਜੀ। ਮੈਂ ਇੰਦਰਜੀਤ ਕੌਰ ਮਾਨ, ਆਮ ਆਦਮੀ ਪਾਰਟੀ ਹਲਕਾ ਨਕੋਦਰ ਤੋਂ ਉਮੀਦਵਾਰ ਹਾਂ ਜੀ। ਅੱਜ ਮੈਂ ਬਿਲਗੇ ਦੇ ਵਿੱਚ ਆਈ ਹਾਂ ਜੀ। ਬਿਲਗੇ ਦਾ ਸਮੂਹ ਪੱਤਰਕਾਰ ਭਾਈਚਾਰਾ, ਆਪ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੇਰੇ ਨਾਲ ਕੌਂਸਲਰ ਮੈਡਮ ਗੁਰਮੀਤ ਕੌਰ ਜੀ, ਸਾਡੇ ਟ੍ਰੇਡ ਵਿੰਗ ਦੇ ਸ਼ਹਿਰੀ ਪ੍ਰਧਾਨ ਜਿਹੜੇ ਬਿਲਗੇ ਦੇ ਨੇ ਅਨੂਪ ਪੰਡਿਤ ਜੀ, ਔਰ ਔਜਲੇ ਤੋਂ ਜਸਵਿੰਦਰ ਔਜਲਾ ਜੀ, ਔਰ ਹੋਰ ਸਾਰੇ ਦਰਜਾ ਬਦਰਜਾ ਜਿਹੜੇ ਅਹੁਦੇਦਾਰ ਸਾਹਿਬਾਨ ਇੱਥੇ ਪਹੁੰਚੇ ਨੇ। ਸਾਡੇ ਵੱਲੋਂ ਸਾਰਿਆਂ ਵੱਲੋਂ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਉਹਨਾਂ ਨੇ ਮੌਕਾ ਦਿੱਤਾ ਮੈਨੂੰ ਆਪਣੇ ਸਨਮੁਖ ਹੋਣ ਦਾ। ਔਰ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਬਿਲਗੇ ਦੀ ਨੁਹਾਰ ਔਰ ਬਿਲਗੇ ਦੀਆਂ ਪ੍ਰੋਬਲਮਸ ਦੇ ਬਾਰੇ 'ਚ। ਮੈਡਮ ਜੀ, ਪਹਿਲੀ ਗੱਲ ਤਾਂ ਇਹ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਹੋ, ਚਲੋ ਬਹੁਤ ਬਹੁਤ ਵਧਾਈਆਂ ਤੁਹਾਨੂੰ। ਥੈਂਕ ਯੂ। ਬਿਲਗੇ ਦਾ ਕੀ ਏਜੰਡਾ ਲੈ ਕੇ, ਕੀ ਵਿਕਾਸ ਦੇ ਕੰਮ ਤੁਸੀਂ ਜਿਹੜੇ ਅੱਜ ਤੋਂ ਬਹੁਤ ਸਾਰੇ ਜਿੰਨੇ ਵੀ ਮਤਲਬ ਕਿ ਇੱਥੇ MLA ਆਏ ਆ, ਸਾਰਿਆਂ ਨੇ ਤਕਰੀਬਨ ਲਾਰਾ ਹੀ ਲਾਇਆ ਆ ਕਿ ਤੁਸੀਂ ਵੀ ਉਹਨਾਂ ਵਿੱਚੋਂ ਆਏ, ਤੁਸੀਂ ਬਿਲਗੇ ਦੇ ਵਿਕਾਸ ਬਾਰੇ ਕੁਛ ਇਹੋ ਜਿਹਾ ਪ੍ਰੋਗਰਾਮ ਲੈ ਕੇ ਆਏ ਹੋ ਜਿਹੜਾ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ। ਮੈਨੂੰ ਦੱਸਣ ਲਈ ਬੜੀ ਖੁਸ਼ੀ ਹੁੰਦੀ ਆ ਕਿ ਮੈਂ ਜਦੋਂ ਪਹਿਲੀ ਵਾਰੀ ਕੇਜਰੀਵਾਲ ਸਾਹਿਬ ਨੂੰ ਮਿਲੀ ਹਾਂ, ਉਹਨਾਂ ਨੇ ਇਲਾਕੇ ਦੇ ਵਿੱਚੋਂ ਪੂਰੀ ਸੀਟ ਦੇ ਵਿੱਚੋਂ ਜਾਂ ਮੇਰੇ ਆਪਣੇ ਪਿੰਡ ਦੇ ਵਿਕਾਸ ਦਾ ਉਹਨਾਂ ਦੇ ਕੋਲ ਪ੍ਰੋਪਰ ਮਾਡਲ ਸੀ ਸਾਰੀਆਂ ਚੀਜ਼ਾਂ। ਔਰ ਉਹਨਾਂ ਨੇ ਉਹ ਹੈਲਥ ਸਿਸਟਮ, ਐਜੂਕੇਸ਼ਨ ਸਿਸਟਮ, ਆਪਣੇ ਨੌਜਵਾਨਾਂ ਦਾ ਜੋ ਵੀ ਸਾਡਾ ਹੈਲਥ ਸਿਸਟਮ ਦਾ ਬਣਦਾ, ਪਰ ਹਰ ਚੀਜ਼ ਖਾਸ ਕਰਕੇ ਵਾਤਾਵਰਣ, ਸਾਰੀਆਂ ਚੀਜ਼ਾਂ ਦਾ ਜਿਹੜਾ ਬੁਲੰਦਾ ਉਹ ਲੈ ਕੇ ਬੈਠੇ ਸੀ। ਔਰ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਅੱਜ ਤੋਂ ਤੁਸੀਂ ਡਟ ਜਾਓ, ਜਿਵੇਂ ਤੁਸੀਂ ਆਪਣੇ ਪਿੰਡ ਦਾ ਵਿਕਾਸ ਕੀਤਾ, ਇਹ ਵਿਕਾਸ ਮੈਨੂੰ ਤੁਹਾਡੀ ਸੀਟ ਦੇ ਹਰ ਪਿੰਡ ਦਾ ਅਤੇ ਹਰ ਸ਼ਹਿਰ ਦਾ ਚਾਹੀਦਾ। ਔਰ ਮੈਂ ਉਸੇ ਦੇ ਉੱਤੇ, ਉਸ ਏਜੰਡੇ ਦੇ ਉੱਤੇ ਇਲੈਕਸ਼ਨ ਲੜਨੀ ਆ। ਬਿਲਗੇ ਦੀਆਂ ਸਾਰੀਆਂ ਪ੍ਰੋਬਲਮਸ ਮੇਰੇ ਸਾਹਮਣੇ ਆ, ਕਿਉਂਕਿ ਮੈਂ ਇਸ ਏਰੀਏ ਤੋਂ ਫਿਰ ਚੰਗੀ ਤਰ੍ਹਾਂ ਜਾਣਦੀ ਹਾਂ। ਔਰ ਪ੍ਰੋਬਲਮਸ ਜਿਹੜੀਆਂ ਗਰਾਊਂਡ ਲੈਵਲ 'ਤੇ ਜਿਹੜਾ ਇੱਕ ਸਰਪੰਚ ਪ੍ਰੋਬਲਮਾਂ ਜਾਣਦਾ ਹੁੰਦਾ ਪਿੰਡ ਦੀਆਂ, ਔਰ ਜਿਹੜਾ ਜੁੜਿਆ ਹੋਵੇ ਜ਼ਮੀਨ ਦੇ ਨਾਲ, ਜਿਹਦੀ ਕੰਮ ਕਰਨ ਦੀ ਵਿਲ ਪਾਵਰ ਹੋਵੇ, ਜਿਹਨੂੰ ਕੰਮ ਕਰਨ ਦਾ ਸ਼ੌਕ ਹੋਵੇ, ਉਹ ਮੁੱਢਲੀਆਂ ਜ਼ਰੂਰਤਾਂ ਨੂੰ ਬਹੁਤ ਬਿਹਤਰ ਤਰੀਕੇ ਨਾਲ ਸਮਝ ਸਕਦਾ ਜੀ। ਔਰ ਮੈਂ ਸਮਝਦੀ ਹਾਂ ਜੀ। ਨੰਬਰ 1 'ਤੇ ਤੁਹਾਡਾ ਜਿਹੜੀ ਬਹੁਤ ਚਿਰਾਂ ਤੋਂ ਤੁਹਾਡੀ ਮੰਗ ਚੱਲੀ ਆ ਰਹੀ, ਉਹ ਹੈਗੀ ਰਿੰਗ ਰੋਡ ਦੀ। ਬਹੁਤ ਜ਼ਰੂਰਤ ਹੈ ਇਸ ਚੀਜ਼ ਦੀ, ਜਿਹੜਾ ਬਹੁਤ ਪਹਿਲਾਂ ਇਹ ਕੰਮ ਹੋ ਜਾਣਾ ਚਾਹੀਦਾ ਸੀ। ਜੇ ਵਿਕਾਸ ਉਸ ਥਾਂ ਦਾ ਹੁੰਦਾ ਜਾਂ ਉਸ ਸੂਬੇ ਦਾ, ਉਸ ਸ਼ਹਿਰ ਦਾ ਹੁੰਦਾ ਜਿਹਦੀਆਂ ਸੜਕਾਂ ਆਉਣ ਜਾਣ ਦੇ ਸਾਧਨਾਂ ਵਾਸਤੇ ਬਿਹਤਰ ਹੋਣ, ਉਹ ਜਿਹੜਾ ਨਗਰ ਆ ਉਹ ਬਹੁਤ ਵਿਕਾਸ ਕਰਦਾ। ਸੈਕਿੰਡ, ਮੈਂ ਤੁਹਾਡੇ ਛੱਪੜ ਬਹੁਤ ਚੰਗੀ ਤਰ੍ਹਾਂ ਸਾਰੇ ਦੇਖੇ ਹੋਏ ਨੇ। ਇਨਫੈਕਟ ਮੇਰਾ ਆਪਣਾ ਬਿਜ਼ਨਸ ਵੀ ਆ, ਔਰ ਮੇਰਾ ਖਿਆਲ ਮੈਂ ਬਿਲਗੇ ਦੇ ਹਰ ਛੱਪੜ ਦੇ ਉੱਪਰ ਥੋੜ੍ਹਾ ਬਹੁਤ ਕੰਮ ਕਦੀ ਨਾ ਕਦੀ ਕੀਤਾ ਹੋਇਆ। ਔਰ ਜਦੋਂ ਇਹ ਕੰਮ ਕੀਤਾ ਜਾਂਦਾ ਸੀ, ਔਰ ਮੈਂ ਉਦੋਂ ਵੀ ਇਹ ਚੀਜ਼ ਦੱਸਦੀ ਸੀ ਕਿ ਤੁਹਾਡਾ ਇਹ ਤੁਸੀਂ ਸਿਰਫ ਖਾਨਾ ਪੂਰਤੀ ਕਰਦੇ ਹੋ, ਇਹ ਕੰਮ ਨਹੀਂ ਹੈ। 2019 ਦੇ ਵਿੱਚ ਮੈਂ ਇੱਕ ਤੁਹਾਡਾ ਇੱਥੇ ਕੰਮ ਕਰਕੇ ਗਈ ਹਾਂ, 3 ਕਿੱਲਿਆਂ ਦਾ ਛੱਪੜ, ਅਤੇ ਉਹਦਾ ਐਸਟੀਮੇਟ ਸੀ ਉਹ 5 ਲੱਖ ਰੁਪਏ ਦਾ। ਮੈਂ ਤੁਹਾਡੇ ਮੌਕੇ 'ਤੇ ਜਿਹੜਾ ਇੰਜੀਨੀਅਰ ਸੀ, JE ਸੀ, ਮੈਂ ਉਹਨੂੰ ਫ਼ੋਨ ਲਾਇਆ ਸੀ ਕਿ ਤੁਸੀਂ ਇਹ ਐਸਟੀਮੇਟ ਕਿਵੇਂ ਬਣਾਇਆ, ਕਿਸ ਚੀਜ਼ ਨੂੰ ਮੁੱਖ ਰੱਖ ਕੇ ਐਸਟੀਮੇਟ ਬਣਾਇਆ। ਕੀ ਤੁਸੀਂ ਸਿਰਫ ਪਾਣੀ ਕਢਵਾਉਣਾ ਚਾਹੁੰਦੇ ਛੱਪੜ ਦਾ? ਕਿ ਤੁਸੀਂ ਕਿਹੜੇ ਵਿਕਾਸ ਨੂੰ ਮੁੱਖ ਰੱਖ ਕੇ ਤੁਸੀਂ ਇਹ ਜਿਹੜਾ ਬਣਵਾਇਆ? ਉਹ ਕਹਿੰਦਾ ਜੀ ਸਾਡੇ ਹੱਥ ਖੜ੍ਹੇ ਆ, ਇੰਨੇ ਕੀ ਐਸਟੀਮੇਟ ਬਣਦੇ ਹੁੰਦੇ। ਮੈਂ ਕਿਹਾ ਤੁਸੀਂ ਜਿਹੜਾ 5-6 ਛੱਪੜਾਂ ਦੇ ਉੱਤੇ 5-5, 7-7 ਲੱਖ ਰੁਪਇਆ ਲਾਉਣਾ, ਇਹ ਤੁਹਾਡਾ ਜਿਹੜਾ ਛੱਪੜ ਆ, ਇਹ ਇਕੱਲੇ ਦੇ ਉੱਤੇ 30-35, 40 ਲੱਖ ਰੁਪਇਆ ਘੱਟ ਤੋਂ ਘੱਟ ਲੱਗਣਾ ਚਾਹੀਦਾ, ਤਾਂ ਜਾ ਕੇ ਇਹ ਅਗਲੇ 10-15 ਸਾਲ ਤੁਹਾਡਾ ਚੱਲੇਗਾ। ਔਰ ਉਸ ਤੋਂ ਬਾਅਦ ਤੁਹਾਡਾ ਸਿਵਲ ਹੌਸਪੀਟਲ ਇਸ ਇਲਾਕੇ ਦਾ, ਤੁਹਾਡੇ ਉਹ ਸਾਰਿਆਂ ਦੇ ਸੇਮ ਨੇ ਜੀ। ਨੂਰ ਮਹਿਲ ਦਾ ਵੀ ਇਹੀ ਹਾਲ ਆ, ਬਿਲਡਿੰਗ ਖੜ੍ਹੀ ਆ, ਡਾਕਟਰ ਨਹੀਂ ਆ, ਦਵਾਈਆਂ ਨਹੀਂ ਆ, ਕਿਸੇ ਕਿਸਮ ਦੀ ਕੋਈ ਮੁੱਢਲੀ ਸਹਾਇਤਾ ਵੀ ਤੁਸੀਂ ਆਪਣੇ ਸਿਵਲ ਹੌਸਪੀਟਲ 'ਚੋਂ ਨਹੀਂ ਲੈ ਸਕਦੇ। ਉਹਦੇ ਲਈ ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਏਜੰਡਾ ਜਿਹੜਾ ਆ ਉਹ ਹੈਲਥ ਅਤੇ ਐਜੂਕੇਸ਼ਨ ਆ। ਸਭ ਤੋਂ ਪਹਿਲਾਂ ਹੈਲਥ ਦਾ ਜਿਹੜਾ ਇਨਫਰਾਸਟਰਕਚਰ ਆ ਉਹਦੇ 'ਤੇ ਗੌਰ ਕੀਤੀ ਜਾਊਗੀ, ਉਹਨੂੰ ਬਿਹਤਰ ਬਣਾਇਆ ਜਾਏਗਾ, ਸਕੂਲਾਂ ਨੂੰ ਬਿਹਤਰ ਬਣਾਇਆ ਜਾਏਗਾ,
ਆਪਾਂ ਆਪਣੇ ਸੋਸ਼ਲ ਸਿਕਿਉਰਿਟੀ ਨੂੰ ਬਿਹਤਰ ਬਣਾਇਆ ਜਾਏਗਾ, ਬੱਚਿਆਂ ਦੇ ਫਿਊਚਰ ਦੇਖਣਾ। ਅਸੀਂ ਪੰਜਾਬ ਨੂੰ ਬਹੁਤ ਦੂਰ ਤੱਕ ਕੇਜਰੀਵਾਲ ਸਾਹਿਬ ਦੀ ਜਿਹੜੀ ਸਮਝ ਆ ਜਾਂ ਜਿਹੜਾ ਉਹਨਾਂ ਦਾ ਕੰਮ ਦਾ ਤਰੀਕਾ ਹੈ, ਉਹ ਸਿਰਫ ਤੇ ਸਿਰਫ ਜਿਹੜਾ ਉਹ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ, ਹਰ ਤਰ੍ਹਾਂ ਦੀਆਂ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਇਹ ਕੰਮ ਨੇ ਜਿਹੜੇ ਆਪਾਂ ਪਹਿਲ ਦੇ ਆਧਾਰ 'ਤੇ ਕਰਾਂਗੇ ਜੀ। ਮੈਡਮ ਜੀ, 2 ਸਰਕਾਰਾਂ ਬਿਲਗੇ ਦੇ ਵਿੱਚ ਰਹੀਆਂ, ਰਿੰਗ ਰੋਡ ਉਹਨਾਂ ਕੋਲ ਨਹੀਂ ਬਣਿਆ, ਜ਼ਮੀਨ ਅਕਵਾਇਰ ਕਰਨ ਦਾ ਸਰਕਾਰ ਜਿਹੜੀ ਆ ਉਹ ਵਿੱਤ ਜਿਹੜਾ ਆ ਨਹੀਂ ਸਹਿਯੋਗ ਕਰਦੀ। ਤੇ ਤੁਹਾਡੀ ਜਿਹੜੀ ਸਰਕਾਰ ਆਉਣ 'ਤੇ ਤੁਹਾਡੇ ਕੋਲ ਕੀ ਸ਼ੁਭ ਮੰਤਰ ਆ ਉਹਦੇ ਬਾਰੇ ਦੱਸੋ। ਨਹੀਂ, ਕਿਉਂ ਨਹੀਂ ਸਹਿਯੋਗ ਕਰਦੀ? ਜੇ ਤੁਹਾਡਾ ਮੈਂ ਤੁਹਾਡੀ ਗੱਲ ਵਿੱਚੋਂ ਕੱਟਦੀ ਹਾਂ, ਮਾਫ਼ ਕਰਨਾ ਮੈਨੂੰ, ਕਿਉਂ ਨਹੀਂ ਸਹਿਯੋਗ ਕਰਦੇ? ਜੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਅਸੀਂ ਕਿਸੇ ਵੀ ਕੀਮਤ 'ਤੇ ਆਪਣੇ ਵੱਡੇ ਵੱਡੇ ਜਿਹੜੇ ਸਾਡੇ ਹਾਈਵੇ ਬਣਦੇ ਨੇ ਉਹਦੇ ਵਾਸਤੇ ਅਸੀਂ ਅਕਵਾਇਰ ਕਰ ਸਕਦੇ ਹਾਂ, ਸਰਕਾਰ ਕਰਦੀ ਆ, ਤੇ ਫਿਰ ਬਿਲਗੇ ਦੇ ਰਿੰਗ ਰੋਡ ਵਾਸਤੇ ਅਕਵਾਇਰ ਕਿਉਂ ਨਹੀਂ ਹੁੰਦੀ ਜੀ? ਕਿਉਂਕਿ ਕੰਮ ਕਰਨ ਦੀ ਇੱਛਾ ਨਹੀਂ ਹੈ। ਠੀਕ ਹੈ। ਅਗਲਾ ਸਵਾਲ ਹੈ ਕਿ 7 ਏਕੜ ਬਿਲਗੇ ਦੇ ਵਿੱਚ ਪਾਣੀ ਦੇ ਟ੍ਰੀਟਮੈਂਟ ਪਲਾਂਟ ਦੇ ਜਿਹੜੇ ਆ ਮੰਗੇ ਆ ਸਰਕਾਰ ਨੇ, ਸੰਬੰਧਿਤ ਵਿਭਾਗ ਨੇ। ਬਿਲਗੇ ਦੇ ਕੋਲ ਇੱਕ ਜਗ੍ਹਾ ਕਿਤੇ ਵੀ 7 ਏਕੜ ਜਿਹੜੇ ਆ ਉਹ ਹੈ ਨਹੀਂ। ਅਗਰ ਤੁਹਾਡੀ ਸਰਕਾਰ ਆਊਗੀ ਤਾਂ ਫਿਰ ਉਸ ਵੇਲੇ ਟ੍ਰੀਟਮੈਂਟ ਪਲਾਂਟ ਜਿਹੜਾ ਸਾਰੇ ਛੱਪੜ ਇੱਕ ਕਰਕੇ ਲਾਉਣ ਨੂੰ ਚਾਹੀਦਾ ਆ, ਕਿਵੇਂ ਸੰਭਵ ਕਰੋਗੇ ਦੱਸੋ। ਦੇਖੋ, ਪਹਿਲਾਂ ਤਾਂ ਸ਼ਹਿਰ ਦਾ ਜਿਹੜਾ ਨਾ ਉਹ ਮਾਸਟਰ ਪਲਾਨ ਬਣਨਾ ਹੁੰਦਾ ਜੀ, ਕਿ ਕਿੱਥੇ ਕਿਹੜੀ ਚੀਜ਼ ਪਈ ਆ। ਤੁਹਾਡੇ ਕੋਲ ਆਪਣੇ ਛੱਪੜਾਂ ਦੀ ਜਗ੍ਹਾ ਕਿੰਨੀ ਆ, ਤੁਸੀਂ ਉਸ ਜਗ੍ਹਾ ਨੂੰ ਬਦਲ ਕੇ ਕਿੱਥੇ ਤੱਕ ਲਿਜਾ ਸਕਦੇ। ਜੇ ਬਿਲਕੁਲ ਬਿਲਗੇ ਦੇ ਨੇੜੇ ਨਹੀਂ ਪਈ ਤਾਂ ਕੀ ਗੱਲ ਪਈ, ਦੂਰ ਨਹੀਂ ਜਾ ਸਕਦਾ। ਅਸੀਂ ਆਪਣਾ ਪਾਣੀ ਦੂਰ ਵੀ ਤਾਂ ਲੈ ਕੇ ਜਾ ਸਕਦੇ ਹਾਂ। ਫਿਰ ਤੁਹਾਡੇ ਕੋਲ ਐਡਾ ਮਤਲਬ ਕੀਮਤੀ ਪ੍ਰੋਪਰਟੀ ਆ, ਜਿਹੜੇ ਤੁਹਾਡੇ ਇਹ ਛੱਪੜ ਨੇ, ਮੋਸਟਲੀ ਜਿਹੜੇ 4-5 ਛੱਪੜ ਤੁਹਾਡੇ ਉਹ 3-3 4-4 ਏਕੜ ਦੇ ਨੇ। ਹੋ ਸਕਦਾ ਇਸ ਤੋਂ ਵੱਡੇ ਹੋਣ, ਮੇਰੀ ਨਜ਼ਰ 'ਚ ਜਿੰਨੇ ਮੈਂ ਦੇਖੇ ਆ, ਛੋਟੇ ਵੀ ਨੇ। ਇਹ ਕਰੋੜਾਂ ਰੁਪਈਆਂ ਦੀ ਪ੍ਰੋਪਰਟੀ ਆ। ਇਹਨਾਂ ਤੋਂ ਦੂਰ ਅਸੀਂ 6-7 ਜਾਂ ਕਿਲੋਮੀਟਰ 'ਤੇ ਛੱਪੜ ਕਿਉਂ ਨਹੀਂ, ਟ੍ਰੀਟਮੈਂਟ ਪਲਾਂਟ ਕਿਉਂ ਨਹੀਂ ਜਾ ਸਕਦਾ? ਜਾਂਦੇ ਆ ਨਾ ਵੱਡੇ ਸ਼ਹਿਰਾਂ ਦੇ, 2 ਕਿਲੋਮੀਟਰ 'ਤੇ ਕਿਉਂ ਨਹੀਂ ਜਾ ਸਕਦਾ? ਤੁਹਾਡੀ ਕੰਮ ਕਰਨ ਦੀ ਇੱਛਾ ਚਾਹੀਦੀ ਆ, ਤੁਹਾਡੇ ਦਿਮਾਗ ਦੇ ਵਿੱਚ ਪਲਾਨ ਚਾਹੀਦੇ ਆ। ਤੁਹਾਡਾ ਬਿਲਗਾ ਬਹੁਤ ਸੁੰਦਰ ਆਪਾਂ ਇਸ ਸ਼ਹਿਰ ਨੂੰ ਬਣਾਵਾਂਗੇ। ਜਿੰਨੇ ਛੱਪੜਿਆ ਇਹਨਾਂ ਦੇ ਉੱਤੇ ਪਾਰਕ ਬਣਨਗੇ, ਟ੍ਰੀਟਮੈਂਟ ਪਲਾਂਟ। ਸਾਨੂੰ 1 ਕਿਲੋਮੀਟਰ 'ਤੇ ਜਗ੍ਹਾ ਮਿਲੇਗੀ ਤਾਂ ਆਪਾਂ 1 'ਤੇ ਲਵਾਂਗੇ, 2 'ਤੇ ਮਿਲੇਗੀ ਤਾਂ ਆਪਾਂ 2 'ਤੇ ਲਵਾਂਗੇ। ਇਹ ਚੀਜ਼ਾਂ ਨਹੀਂ ਹੈਗੀਆਂ ਜੀ। 8 ਕਰੋੜ ਰੁਪਇਆ 5 ਸਾਲਾਂ ਵਿੱਚ ਨਗਰ ਪੰਚਾਇਤ ਨੇ ਇੱਥੇ ਬਿਲਗੇ ਦੇ ਵਿੱਚ ਜਿਹੜਾ ਡਿਵੈਲਪਮੈਂਟ ਨੂੰ ਲਾਇਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਠੀਕ ਲੱਗਾ ਹੈ ਜਾਂ ਸਹੀ ਕੰਮ ਹੋਇਆ? 8 ਕਰੋੜ ਰੁਪਈਆ ਇੱਕ ਬਿਲਗੇ ਵਰਗੇ ਸ਼ਹਿਰ ਜਿਹੜਾ ਹਜੇ ਡਿਵੈਲਪ ਵੀ ਨਹੀਂ ਹੋਇਆ ਪ੍ਰੋਪਰ, ਬਹੁਤ ਹੁੰਦਾ ਜੀ। ਕਿਉਂਕਿ ਉਹਨਾਂ ਨੇ ਕੋਈ ਬੇਸਿਕ ਕੰਮ ਨਹੀਂ ਕੀਤਾ 8 ਕਰੋੜ ਦੇ ਵਿੱਚ। ਕੋਈ ਉਹਨਾਂ ਨੇ ਹੈਲਥ ਸਿਸਟਮ ਨੂੰ ਅੱਛਾ ਨਹੀਂ ਕੀਤਾ, ਉਹਨਾਂ ਨੇ ਕੋਈ ਐਜੂਕੇਸ਼ਨ ਨੂੰ ਅੱਛਾ ਨਹੀਂ ਕੀਤਾ। ਉਹਨਾਂ ਦੇ ਕੋਲੋਂ ਛੱਪੜਾਂ ਦੀ ਸਫਾਈ ਨਹੀਂ ਹੋਈ। ਸਫਾਈ ਦਾ ਮਤਲਬ ਸਿਰਫ ਬੂਟੀ ਕੱਢਣ ਨੂੰ ਸਫਾਈ ਨਹੀਂ ਕਹਿੰਦੇ। ਛੱਪੜਾਂ ਨੂੰ ਪ੍ਰੋਪਰ ਵੇ ਦੇ ਨਾਲ ਡੂੰਘਾ ਕਰਨਾ ਹੁੰਦਾ, ਉਹਦੇ ਪਾਰਟ ਬਣਾਉਣੇ ਹੁੰਦੇ ਆ, ਉਹਦੇ ਪਾਣੀ ਦਾ ਦੇਖਣਾ ਹੁੰਦਾ ਕਿ ਕਿੱਥੇ ਡਿੱਗਦਾ, ਇਹਦੇ ਕਿੰਨੇ ਪੋਰਸ਼ਨ ਕੀਤੇ ਜਾਣ ਔਰ ਕਿਹੜਾ ਪੋਰਸ਼ਨ ਕਿੰਨਾ ਡੂੰਘਾ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਚਿਰਸਥਾਈ ਸਾਡਾ ਉਹਦਾ ਟਾਈਮ ਨਹੀਂ। ਇਹ ਸਿਰਫ ਖਾਨਾ ਪੂਰਤੀਆਂ ਜੀ। ਜੇ ਕੰਮ ਕਰਨ ਦੀ ਇੱਛਾ ਹੋਵੇ ਤਾਂ ਫਿਰ ਤਾਂ 8 ਕਰੋੜ ਰੁਪਈਆ ਬਹੁਤ ਸੀ ਜੀ, ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਸੀ। ਮੇਰੀ ਨਜ਼ਰੇ 8 ਕਰੋੜ ਰੁਪਈਆ ਜੇ ਇੱਥੇ ਖਰਚ ਕੀਤਾ ਗਿਆ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਕਿਤੇ ਕਰੋੜ ਰੁਪਈਆ ਵੀ ਕੰਜੰਪਸ਼ਨ ਜਿਹੜੀ ਕਿਤੇ ਮੈਨੂੰ ਦਿਸਦੀ ਹੋਵੇ ਜਿਹੜੀ ਲੱਗੀ, ਕਿਉਂਕਿ ਮੈਂ ਤਕਰੀਬਨ ਸਾਰਾ ਘੁੰਮ ਲਿਆ ਹੋਇਆ ਬਿਲਗਾ ਜੀ। ਫਿਰ ਤੁਹਾਡੇ ਹਿਸਾਬ ਨਾਲ ਮਿਸਯੂਜ਼ ਹੋਇਆ ਪੈਸੇ ਦਾ? ਬਿਲਕੁਲ ਹੋਇਆ ਜੀ। ਅਗਰ ਮਿਸਯੂਜ਼ ਆਵੇ ਤਾਂ ਤੁਸੀਂ ਇਹਦੀ ਇਨਕੁਆਇਰੀ ਕਰਾਉਣੀ? ਬਿਲਕੁਲ ਕਰਾਵਾਂਗੇ। ਜੇ 8 ਕਰੋੜ ਰੁਪਈਆ ਸ਼ਹਿਰ ਦੇ ਵਿੱਚ ਖੱਪ ਗਿਆ ਅਤੇ ਕਿਤੇ ਨਜ਼ਰ ਨਹੀਂ ਆਉਂਦਾ ਤਾਂ ਇਨਕੁਆਇਰੀ ਤਾਂ ਹੋਏਗੀ ਜੀ, ਇੱਕ ਪੈਸੇ ਦੀ ਹੋਏਗੀ। ਸਭ ਤੋਂ ਪਹਿਲਾਂ ਕੰਮ ਹੀ ਇਹ ਹੋਏਗਾ ਜੀ। ਜਿੰਨੇ ਹੁਣ ਮੌਕੇ 'ਤੇ ਪੈਸੇ ਵੰਡੇ ਜਾ ਰਹੇ ਆ, ਜਿਨ੍ਹਾਂ ਦੀਆਂ ਡੇਟਾਂ ਜਿਹੜੀਆਂ ਨਾ ਉਹ ਨੈਕਸਟ April May ਦੀਆਂ ਪਾਈਆਂ ਜਾ ਰਹੀਆਂ ਚੈੱਕਾਂ ਦੇ ਉੱਤੇ। ਇਹ ਧੋਖੇਬਾਜ਼ੀ ਆ, ਇਹ ਡਰਾਮੇਬਾਜ਼ੀ ਆ। ਭ੍ਰਿਸ਼ਟਾਚਾਰ ਜਿੰਨੀ ਦੇਰ ਖਤਮ ਨਹੀਂ ਹੁੰਦਾ, ਰਾਤੋਂ ਰਾਤ ਖਤਮ ਹੋਣ ਵਾਲੀ ਚੀਜ਼ ਹੈ ਜੀ ਇਹ। ਸਿਰਫ ਕਰਨ ਵਾਲੇ ਦੀ ਨੀਅਤ, ਹਾਕਮਾਂ ਦੀ ਨੀਅਤ ਸਾਫ਼ ਹੋਵੇ ਅਤੇ 8 ਕਰੋੜ ਰੁਪਏ ਦੇ ਨਾਲ ਅਸੀਂ ਬੜਾ ਕੁਛ ਬਿਲਗੇ ਦੇ ਵਿੱਚ ਕੀਤਾ ਜਾ ਸਕਦਾ ਸੀ ਔਰ ਕਰਾਂਗੇ ਅੱਗੇ ਤੋਂ ਜੀ। ਇਸ ਵੇਲੇ ਜਿਹੜਾ ਕੁਝ ਪਾਰਟੀਆਂ ਆਪਣੇ ਪਿੰਡਾਂ ਦੇ ਵਿੱਚ ਉਹਦੇ ਵੀ ਬਣਦੀਆਂ ਆ ਜੀ, ਬਿਲਕੁਲ ਗਲਤ ਚੀਜ਼ ਆ ਉਹ। ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜਿਆ। ਮੈਨੂੰ ਪਾਰਟੀ ਨੇ ਪੂਰੀ ਫੁੱਲ ਅਥਾਰਟੀ ਦਿੱਤੀ ਸੀ ਕਿ ਤੁਸੀਂ ਆਪਣੇ ਲੈਟਰ ਹੈਡ 'ਤੇ ਅਹੁਦੇ ਵੰਡ ਸਕਦੇ ਹੋ, ਪਰ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਮੈਂ ਧਰਤੀ ਨਾਲ ਜੁੜਿਆ ਹੋਇਆ ਜੀ ਹਾਂ, ਪਿੰਡ ਦੇ ਵਿੱਚ ਇੱਕ ਸਧਾਰਨ ਇਨਸਾਨ ਆ। ਮੈਨੂੰ ਪਤਾ ਇਸ ਟਾਈਮ ਦਿੱਤੇ ਹੋਏ ਜਿਹੜੇ ਅਹੁਦੇ ਨੇ, ਨਾ ਤਾਂ ਇਹਦੇ ਨਾਲ ਅਸੀਂ ਇਹ ਖੁਸ਼ ਹੋ ਸਕਦਾ, ਕੁਛ
ਉਹਦਾ ਵੀ ਬੜੀ ਵੱਡੀ ਚੀਜ਼ ਹੁੰਦੀ, ਖੁਸ਼ ਹੋ ਸਕਦੇ ਹਾਂ, ਪਰ ਸਾਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ, ਖਰੀਦਣਾ ਨਹੀਂ ਚਾਹੀਦਾ। ਉਹਦੇ ਜਿਹੜੇ ਉਹ ਮਾਣ ਸਤਿਕਾਰ ਨਾਲ ਦਿੱਤੇ ਜਾਂਦੇ ਆ, ਕੰਮ ਨੂੰ ਦੇਖ ਕੇ ਦਿੱਤੇ ਜਾਂਦੇ ਆ। ਮੈਂ ਪਾਰਟੀ ਦੇ ਵਿੱਚ ਮੈਨੂੰ ਆਇਆ 3-4 ਮਹੀਨੇ ਹੋਏ, ਅਜੇ ਤੱਕ ਜੇ ਮੈਂ ਦੇਣੇ ਹੁੰਦੇ ਤਾਂ ਮੈਂ ਸਟਾਰਟਿੰਗ ਦੇ ਵਿੱਚ ਇਹ ਅਹੁਦੇ ਦੇ ਕੇ ਆਪਾਂ ਕੰਮ ਸਟਾਰਟ ਕਰਦੇ। ਨਹੀਂ, ਪਹਿਲਾਂ ਅਸੀਂ ਕੰਮ ਕਰਾਂਗੇ, ਕੁਛ ਕਰਕੇ ਦਿਖਾਵਾਂਗੇ, ਉਦੋਂ ਫਿਰ ਅਸੀਂ ਅਹੁਦੇਦਾਰ ਕਹਿਲਾਵਾਂਗੇ ਜੀ। ਬੀਬੀ ਜੀ, ਤੁਸੀਂ 3-4 ਮਹੀਨੇ ਤੋਂ ਹੀ ਅਜੇ ਪਾਰਟੀ ਸ਼ਾਮਲ ਹੋਏ ਆ, ਜਦੋਂ ਕਿ ਪਾਰਟੀ 2014 ਦੀ ਆ। ਕੀ ਇਸ ਪਾਰਟੀ ਦੇ ਵਿੱਚ ਹਲਕੇ ਦੇ ਅੰਦਰ ਕੋਈ ਵਰਕਰ ਜਿਹੜਾ ਆ ਉਹ ਇਸ ਉਮੀਦਵਾਰੀ ਦੇ ਲਾਇਕ ਨਹੀਂ ਸੀ, ਇਹਦੇ ਕਰਕੇ ਤੁਹਾਨੂੰ ਟਿਕਟ ਮਿਲੀ? ਨਹੀਂ ਜੀ, ਮੈਂ ਇਹਦੇ 'ਤੇ ਟਿੱਪਣੀ ਨਹੀਂ ਕਰਨੀ ਚਾਹੁੰਦੀ, ਕਿਉਂਕਿ ਵਰਕਰ ਹੁੰਦਾ ਆ। ਔਰ ਲਾਸਟ ਟਾਈਮ ਵੀ ਇਹ ਹੋਇਆ ਕਿ ਵੀ 1 ਸਾਲ ਪਹਿਲਾਂ ਹੇਰ ਸਾਹਿਬ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਪਿਛਲੇ 5 ਸਾਲਾਂ ਦੇ ਵਿੱਚ ਲੀਡਰਲੈਸ ਰਿਹਾ ਆਪਣਾ ਇਲਾਕਾ। ਲੀਡਰਲੈਸ ਹੋਣ ਦਾ ਕਰਕੇ ਵਰਕਰ ਸਿਰਫ ਆਪਣੇ ਕੰਮਾਂ ਕਾਰਾਂ ਨੂੰ, ਜਿਵੇਂ ਤੁਹਾਡੇ ਬਿਲਗੇ ਦੇ ਵਿੱਚ ਇੱਦਾਂ ਨਹੀਂ ਹੋਇਆ ਕਿ ਵੀ ਸਾਡਾ ਜਿਹੜਾ ਆਮ ਵਰਕਰ ਆ ਉਹ ਬੇਸਹਾਰਾ ਹੋਇਆ। ਵਰਕਰ ਵਲੰਟੀਅਰ ਆਪਣੇ ਤੌਰ 'ਤੇ ਇੱਕ ਦੂਸਰੇ ਦੀ ਬਾਂਹ ਫੜ ਕੇ ਕੰਮਕਾਰ ਕਰਦੇ ਰਹੇ, ਕਰਵਾਉਂਦੇ ਰਹੇ ਆ ਲੋਕਾਂ ਦੇ। ਮੈਂ ਵੀ ਤੁਹਾਡੇ ਇਲਾਕੇ ਦੇ ਵਿੱਚੋਂ ਹਾਂ ਜੀ। ਤੁਸੀਂ ਇਹ ਇੱਦਾਂ ਕਿਵੇਂ ਕਹੋਗੇ ਕਿ ਜੀ ਇੱਥੋਂ ਕੋਈ ਲੀਡਰ ਨਹੀਂ ਲੱਭਿਆ ਇਹਨਾਂ ਨੂੰ ਕਰਨ ਵਾਸਤੇ? ਮੈਂ ਵੀ ਤਾਂ ਵਿੱਚੋਂ, ਮੈਂ ਤੁਹਾਡੇ ਇਲਾਕੇ 'ਚੋਂ। ਪਿਛਲੇ 7 ਸਾਲ ਤੋਂ ਪਾਰਟੀ ਵਰਕਰ ਨੂੰ ਟੈਕਸ ਦੇਣ ਦੀ ਗੱਲ ਪਾਰਟੀ ਕਰਦੀ ਆ, ਪਰ ਵਰਕਰ ਨੂੰ ਦੇਣ ਦੀ ਬਜਾਏ ਹਰ ਵਾਰੀ ਜਿਹੜਾ ਆ ਉਹ ਪੈਰਾਸ਼ੂਟ ਰਾਹੀਂ ਉਮੀਦਵਾਰ ਜਿਹੜਾ ਉਤਾਰਿਆ ਜਾਂਦਾ। ਤੁਸੀਂ ਪੈਰਾਸ਼ੂਟ ਉਮੀਦਵਾਰ ਹੈ। ਪੈਰਾਸ਼ੂਟ ਮੈਂ ਨਹੀਂ ਨਾ ਮੰਨਦੀ ਆਪਣੇ ਆਪ ਨੂੰ, ਕਿਉਂਕਿ ਮੈਂ ਪਿਛਲੇ 5 ਸਾਲ ਤੋਂ ਹੀ ਆਮ ਆਦਮੀ ਪਾਰਟੀ ਨਾਲ ਇਨਵੋਲਵ ਸੀ। ਲਾਸਟ ਟਾਈਮ ਵੀ ਮੈਨੂੰ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਬਹੁਤ ਟਿਕਟ ਦੇਣ ਦੀ, ਪਰ ਮੈਂ ਮਨ ਨਹੀਂ ਸੀ ਬਣਾ ਸਕੀ, ਕਿਉਂਕਿ ਮੇਰਾ ਮੁੱਖ ਟੀਚਾ ਜਿਹੜਾ ਉਹ ਸੇਵਾ ਦਾ, ਔਰ ਮੈਨੂੰ ਦੂਸਰੀਆਂ ਪਾਰਟੀਆਂ ਤੋਂ ਅਲੱਗ ਕੁਝ ਦਿਸ ਨਹੀਂ ਸੀ ਰਿਹਾ, ਇਸ ਕਰਕੇ ਮੈਂ ਜੁਆਇਨ ਨਹੀਂ ਸੀ ਕੀਤਾ। ਪਰ ਮੈਂ ਦੂਸਰੀ ਪਾਰਟੀ ਵਾਸਤੇ ਕੰਮ ਵੀ ਨਹੀਂ ਸੀ ਕੀਤਾ। ਇਹਨਾਂ 5 ਸਾਲਾਂ ਦੇ ਵਿੱਚ ਫਿਰ ਅਸੀਂ ਦਿੱਲੀ ਮਾਡਲ ਦੇਖਿਆ, ਔਰ ਫਿਰ ਮੈਂ ਹੌਲੀ ਹੌਲੀ ਮਨ ਬਣਾਇਆ ਕਿ ਜੇ ਦਿੱਲੀ ਦੇ ਵਿੱਚ ਸਾਡਾ ਜਿਹੜੀ ਇਸ ਵੇਲੇ ਵੱਡੀ ਤਕਲੀਫ ਜਿਹੜੀ ਆ ਨਾ ਉਹ ਐਜੂਕੇਸ਼ਨ ਦੀ ਤੇ ਹੈਲਥ ਦੀ ਆ, ਕਿ ਜੇ ਇਹ ਦੋਨੋਂ ਚੀਜ਼ਾਂ ਹੀ ਅਸੀਂ ਪੰਜਾਬ ਦੇ ਵਿੱਚ ਕਰ ਪਾਈਏ, ਜਾਂ ਉਹਨਾਂ ਦੀ ਸੋਚ ਇੱਥੇ ਤੱਕ ਜਿਹੜੀ ਜੇ ਕਰ ਜਾਈਏ, ਤਾਂ ਸਮਝ ਲਓ ਕਿ ਮੇਰਾ ਜੀਵਨ ਸਫਲ ਹੋ ਗਿਆ। ਕਿਉਂਕਿ ਮੈਂ ਸੇਵਾ ਨੂੰ ਹੀ ਮੁੱਖ ਰੱਖਦੀ ਹਾਂ। ਮੈਂ ਲੀਡਰ ਨਹੀਂ ਹਾਂ ਕਦੀ ਵੀ, ਨਾ ਮੈਂ ਅੱਗੋਂ ਤੋਂ ਵੀ ਲੀਡਰ ਬਣਨਾ ਚਾਹੁੰਦੀ ਹਾਂ। ਮੈਂ ਆਪਣੇ ਵਰਕਰਾਂ ਦੇ ਨਾਲ ਵਰਕਰ ਬਣ ਕੇ ਹੀ ਇਹ ਕੰਮ ਕਰਨੇ ਆ ਜੀ। ਔਰ ਜਿਹੜਾ ਕੰਮ ਆਮ ਆਦਮੀ ਪਾਰਟੀ ਕਰ ਸਕਦੀ ਆ ਜਾਂ ਉਹਨਾਂ ਨੇ ਕਰਕੇ ਦਿਖਾਇਆ, ਹੋਰ ਕਿਤੋਂ ਇਹ ਕੋਈ ਉਮੀਦ ਦੀ ਕਿਰਨ ਬਾਕੀ ਨਹੀਂ ਬਚਦੀ, ਕਿਉਂਕਿ ਭ੍ਰਿਸ਼ਟਾਚਾਰ ਇਹਨਾਂ ਦੇ ਖੂਨ ਦੇ ਵਿੱਚ ਚਲਿਆ ਗਿਆ। ਔਰ ਤੁਸੀਂ ਤਾਜ਼ਾ ਜਿਹੜਾ ਦੇਖਿਆ ਨਵਾਂ 3 ਮਹੀਨੇ ਦੇ CM ਦੇ ਘਰੋਂ ਵੀ ਕਰੋੜਾਂ ਰੁਪਏ ਮਿਲਦੇ ਆ, ਫਿਰ ਦੱਸੋ ਕਿੱਥੇ ਖੜ੍ਹੇ ਹਾਂ ਅਸੀਂ? ਉਹ ਤਾਂ ਗੱਲ ਠੀਕ ਹੈ, ਪਰ ਆਮ ਆਦਮੀ ਪਾਰਟੀ ਪੰਜਾਬ ਦੀ ਫਿਜ਼ਾ ਬਦਲ ਲਾਈ ਸੀ। ਆਪ ਵੀ ਰਵਾਇਤੀ ਪਾਰਟੀਆਂ ਵਰਗੀ ਇਹ ਜਿੱਥੇ ਅੱਜ ਚੰਨੀ 'ਤੇ ਦੋਸ਼ ਲੱਗਦਾ, ਉੱਥੇ ਤੁਹਾਡੇ 'ਤੇ ਵੀ ਦੋਸ਼ ਲੱਗਦਾ ਹੈ ਕਿ ਪਿਛਲੀ ਵਾਰ ਵੀ ਤਾਂ ਇਸ ਵਾਰ ਵੀ ਪੰਜਾਬ ਦੇ ਵਿੱਚੋਂ ਜਿਹੜੇ ਦਿੱਲੀ ਤੋਂ ਪਾਰਟੀ ਦੇ ਨੁਮਾਇੰਦੇ ਆਉਂਦੇ ਆ, ਉਹ ਪੈਸੇ ਟਿਕਟਾਂ ਵੇਚ ਕੇ ਇਕੱਠੀਆਂ ਜਿਹੜੇ ਕਰਕੇ ਵਾਪਸ ਮੁੜ ਜਾਂਦੇ ਆ। ਅਤੇ ਤੁਹਾਨੂੰ ਟਿਕਟ ਪਾਰਟੀ ਨੇ ਫਰੀ ਦਿੱਤੀ ਆ ਜਾਂ ਤੁਹਾਨੂੰ ਵੀ ਪੈਸੇ ਦੇਣੇ? ਮੈਂ ਉਹੀ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਪੈਰਾਸ਼ੂਟ ਕੈਂਡੀਡੇਟ ਮੰਨਦੇ ਹੋ, ਅਤੇ ਫਿਰ ਪੈਰਾਸ਼ੂਟ ਕੈਂਡੀਡੇਟਾਂ ਵਾਸਤੇ ਹੀ ਇਹ ਕਿਹਾ ਜਾਂਦਾ ਕਿ ਉਹ ਪੈਸੇ ਦੇ ਕੇ ਆਉਂਦੇ ਆ। ਮੈਂ ਆਪਣੇ ਇਸ ਕੰਮ ਦੀ ਆਪਣੀ ਸੇਵਾ ਨੂੰ ਮੁੱਖ ਰੱਖ ਕੇ ਮੈਂ ਕਹੂੰਗੀ, ਕਿਉਂਕਿ 100 ਸ਼ਬਦ ਅੱਛਾ ਨਹੀਂ ਲੱਗਦਾ, ਇਹ ਹੋਰ ਤਰ੍ਹਾਂ ਫੀਲ ਹੁੰਦਾ ਕਿ ਮੈਂ ਨਾ 1 ਰੁਪਈਆ ਵੀ ਕਦੀ ਮੈਂ ਪਾਰਟੀ ਨੂੰ ਦਿੱਤਾ ਹਜੇ ਤੱਕ, ਨਾ ਮੇਰੇ ਕੋਲੋਂ 1 ਰੁਪਈਆ ਕਿਸੇ ਨੇ ਮੰਗਿਆ। ਬਿਲਕੁਲ ਮੈਂ ਇਸ ਕਰਕੇ ਮੈਂ ਇਹਨੂੰ ਝੂਠ ਤੂਫਾਨ ਮੰਨਦੀ ਹਾਂ ਕਿ ਸਿਰਫ ਪਾਰਟੀ ਨੂੰ ਬਦਨਾਮ ਕਰਨ ਵਾਸਤੇ, ਤਾਂ ਕਿ ਇਹਦੇ ਵਿੱਚ ਚੰਗੇ ਲੋਕ ਨਾ ਜੁੜ ਸਕਣ। ਸਿਰਫ ਤੇ ਸਿਰਫ ਇਹ ਹੁਣ ਅੱਗੇ 2 ਪਾਰਟੀਆਂ ਸੀ, ਹੁਣ 4-5 ਪਾਰਟੀਆਂ ਨੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਘੇਰਨ ਦਾ ਜਿਹੜਾ ਮਨ ਬਣਾਇਆ, ਸਿਰਫ ਇਹ ਉਹਨਾਂ ਚੀਜ਼ਾਂ ਦਾ ਕਰਕੇ। ਪਰ ਇਸ ਵਾਰ ਲੋਕ ਇਹਨਾਂ ਦੇ ਝਾਂਸੇ 'ਚ ਆਉਣ ਵਾਲੇ ਨਹੀਂ। ਪਿਛਲੀ ਵਾਰੀ ਕੈਪਟਨ ਸਾਹਿਬ 'ਤੇ ਲੋਕ ਭਰੋਸਾ ਕਰਦੇ ਸੀ, ਅਸੀਂ ਇਹ ਸਮਝਦੇ ਹਾਂ, ਬੇਸ਼ੱਕ ਅਸੀਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖੀਏ, ਪਰ ਕੈਪਟਨ ਸਾਹਿਬ 'ਤੇ ਲੋਕ ਭਰੋਸਾ ਕਰਦੇ ਸੀ। ਜਿਵੇਂ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ, ਜਿਵੇਂ ਉਹਨਾਂ ਨੇ ਨੌਜਵਾਨਾਂ ਵਾਸਤੇ 2500 ਰੁਪਈਆ ਮਾਣ ਭੱਤਾ ਜਿਹੜਾ ਬੇਰੁਜ਼ਗਾਰੀ ਭੱਤਾ ਅਨਾਊਂਸ ਕੀਤਾ, ਜਿਵੇਂ ਉਹਨਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਟਨਾਂ ਦੇ ਹਿਸਾਬ ਦੇ ਨਾਲ ਬੇਰੁਜ਼ਗਾਰੀ ਦੇ ਫਾਰਮ ਭਰਵਾਏ ਸੀ, ਔਰ ਉਹਨਾਂ 'ਤੇ ਭਰੋਸਾ ਕਰਕੇ ਲੋਕਾਂ ਦਾ ਟਰਸਟ ਕਰਨਾ ਬਣਦਾ ਸੀ, ਕਿਉਂਕਿ ਕੈਪਟਨ ਸਾਹਿਬ ਜੋ ਕਹਿੰਦੇ ਰਹੇ ਆ ਉਹ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕੀਤਾ ਸੀ। ਪਰ ਇਸ ਵਾਰ ਉਹ ਧੋਖੇ ਦਾ ਸ਼ਿਕਾਰ ਹੋਏ।
ਉਹਨਾਂ ਨੇ ਇੱਕ ਵੀ ਉਹ ਕੰਮ ਨਹੀਂ ਕੀਤਾ ਜਿਹੜਾ ਉਹਨਾਂ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ। ਇਸ ਕਰਕੇ ਕੋਈ ਕੁਝ ਨਹੀਂ ਹੋ ਸਕਦਾ ਇਸ ਵਾਰ ਜਿਵੇਂ ਲੋਕਾਂ ਨੇ ਮਨ ਬਣਾਇਆ ਹੋਇਆ। ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਸਪੋਰਟ ਆ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਾਵਾਂਗੇ ਜੀ। ਇਸ ਵਾਰ ਇਹ ਮੰਨਦੇ ਅਸੀਂ ਵੀ ਪਿੰਡਾਂ ਦੇ ਵਿੱਚ ਲੋਕ ਜਿਹੜੇ ਤਿਆਰ ਬੈਠੇ ਆ, ਪਰ ਤੁਹਾਨੂੰ ਪਹਿਲਾਂ ਵੀ ਲੋਕਾਂ ਨੇ 20 MLA ਉਹ 5 ਸਾਲਾਂ 'ਚ ਨਹੀਂ ਰੱਖੇ ਜਾ ਸਕੇ। ਅਗਰ ਤੁਹਾਨੂੰ ਸਰਕਾਰ ਪੰਜਾਬ ਦੇ ਲੋਕ ਜਿਹੜੇ ਆ ਉਹ ਬਣਾ ਦਿੰਦੇ ਆ, ਤੁਸੀਂ ਲੋਕਾਂ ਨਾਲ ਵਾਅਦਾ ਕਰਦੇ ਆ ਕਿ ਸਰਕਾਰ ਚਲਾ ਜਾਓਗੇ ਜਾਂ ਇੱਕ ਤਾਂ ਰੱਖ ਸਕੋਗੇ। 60 MLA ਚਾਹੀਦੇ ਹੁੰਦੇ ਨੇ ਸਰਕਾਰ ਨੂੰ। ਤੁਹਾਡੀ ਗੱਲ ਬਿਲਕੁਲ ਵਾਜਬ ਹੈ ਜੀ ਕਿ ਵੀ 20 MLA ਜਿਹੜੇ ਸੀਗੇ ਉਹ ਇਕੱਠੇ ਨਹੀਂ ਰਹਿ ਸਕੇ। ਕਾਰਨ ਇਹ ਆ ਕਿ ਅਸੀਂ ਪੰਜਾਬ ਦੇ ਹੀ ਵਾਸੀ ਹਾਂ, ਇਹਦੇ ਵਿੱਚੋਂ ਹੀ ਪਾਰਟੀ ਪੈਦਾ ਹੋਈ ਆ, ਇਹਦੇ ਵਿੱਚੋਂ ਹੀ ਰਵਾਇਤੀ ਇਨਸਾਨ ਆ ਅਸੀਂ ਜਿਹੜੇ ਘਰਾਂ ਤੋਂ ਉੱਠ ਕੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹਾਂ। ਹਰ ਇਨਸਾਨ ਦਾ ਜਿਹੜਾ ਮੰਤਵ ਆ ਉਹ ਸੇਵਾ ਨਹੀਂ ਹੁੰਦਾ। ਇਹਦੇ ਵਿੱਚ ਬਹੁਤੇ ਲੋਕ ਅਹੁਦੇਦਾਰੀਆਂ ਵਾਸਤੇ ਪੈਸਾ ਇਕੱਠਾ ਕਰਨ ਵਾਸਤੇ ਆਉਂਦੇ ਨੇ ਔਰ ਜਿਹਨੇ ਪੈਸੇ ਦੀ ਦੌੜ ਦੇ ਵਿੱਚ ਸ਼ਾਮਲ ਹੋਣਾ ਆ, ਜਿਹਨੇ ਪੈਸੇ ਵਾਸਤੇ ਇੱਥੇ ਆਉਣਾ ਆ, ਉਹਨੇ ਆਮ ਆਦਮੀ ਪਾਰਟੀ 'ਚ ਰਹਿਣਾ ਨਹੀਂ। ਬਹੁਤ ਵਧੀਆ ਹੋਇਆ ਕਿ ਜਿਹੜੇ ਜਾਣ ਵਾਲੇ ਸੀ ਉਹ ਚਲੇ ਗਏ। ਬਹੁਤ ਅੱਛੀ ਗੱਲ ਆ ਕਿ ਉਹਨਾਂ ਦੀਆਂ ਮਹੱਤਵਕਾਂਖਸ਼ਾਵਾਂ ਜਿਹੜੀਆਂ ਉਹਨਾਂ ਨੂੰ ਮੁਬਾਰਕ ਤੇ ਉਹ ਰਵਾਇਤੀ ਪਾਰਟੀਆਂ 'ਚ ਜਾ ਕੇ ਆਪਣੀ ਲੁੱਟ ਮਚਾਉਣੀ ਜਿਹੜੀ ਉਹ ਮਨਾਉਣ। ਅਸੀਂ ਇਮਾਨਦਾਰ ਬੰਦਿਆਂ ਦੀ ਜਿਹੜੀ ਫੌਜ ਇਸ ਵੇਲੇ ਇਕੱਠੀ ਹੋਈ ਹੈ ਸਾਡੇ ਕੋਲ, ਅਸੀਂ ਬੜੀ ਕਾਮਯਾਬੀ ਦੇ ਨਾਲ ਸਰਕਾਰ ਚਲਾਵਾਂਗੇ ਕਿਉਂਕਿ ਸਿਰਫ ਤੇ ਸਿਰਫ ਸਾਡਾ ਮਕਸਦ ਸੇਵਾ ਕਰਨਾ। ਪੰਜਾਬ ਦੀ ਜਿਹੜੀ ਕਹਿ ਲਓ ਕਿ ਵੀ ਅਸੀਂ ਇਸ ਵੇਲੇ ਇੱਕ ਐਸਾ ਬਣ ਗਿਆ ਹੋਇਆ ਪੰਜਾਬ ਬਰੂਦ ਦਾ ਢੇਰ ਕਿ ਅਸੀਂ ਉਹਦੇ ਵਿੱਚ ਗਰਕਣ ਵਾਸਤੇ ਜਿਹੜਾ ਤਿਆਰ ਹੋਇਆ ਅਸੀਂ ਉਹਨੂੰ ਬਚਾ ਸਕੀਏ। ਅਸੀਂ ਜ਼ਰੂਰ ਇਹ ਕੋਸ਼ਿਸ਼ ਕਰਨੀ ਆ ਅਤੇ ਪੰਜਾਬ ਦੇ ਲੋਕਾਂ ਦਾ ਇਸ ਵੇਲੇ ਭਰੋਸਾ ਵੀ ਬਣਿਆ ਹੋਇਆ ਅਤੇ ਮਨ ਵੀ ਬਣਿਆ ਹੋਇਆ ਜੀ। ਮੈਡਮ ਜੀ, ਅਗਰ ਤੁਹਾਨੂੰ ਵੀ ਕੋਈ ਸਬੱਬ ਬਣਿਆ ਪਾਰਟੀ ਛੱਡ ਕੇ ਜਾਣ ਦਾ, ਉਸ ਵੇਲੇ ਤੁਹਾਡੇ ਕੀ ਵਿਚਾਰ ਹੋਣਗੇ ਉਹਦੇ ਬਾਰੇ ਵੀ ਜਾਣਨਾ। ਬਿਲਕੁਲ ਨਹੀਂ ਚਾਹੂੰਗੀ ਮੈਂ ਪਾਰਟੀ ਛੱਡ ਕੇ। ਮੈਂ ਮਹਿਜ਼ 28 ਸਾਲ ਦੀ ਏਜ ਸੀ ਜਦੋਂ ਮੈਂ ਬਲਾਕ ਸੰਮਤੀ ਦੀ ਇਲੈਕਸ਼ਨ ਲੜੀ ਸੀ ਔਰ ਮੈਂ ਤਕਰੀਬਨ 20 ਸਾਲ ਪਾਰਟੀ ਦੇ ਵਿੱਚ ਰਹੀ ਹਾਂ। ਪਿਛਲੇ 5-7 ਸਾਲ ਤੋਂ ਜਦੋਂ ਕਿਉਂਕਿ ਜਿਹੜੀ ਇੱਛਾ ਸੀ, ਜਿਹੜਾ ਮਨਮਸਤਕ ਸੀਗਾ, ਉਹ ਬੜਾ ਕੁਛ ਲੈ ਕੇ ਸਿਆਸਤ ਦੇ ਵਿੱਚ ਆਇਆ ਸੀ ਕਿ ਅਸੀਂ ਸ਼ਾਇਦ ਯੁੱਗ ਬਦਲ ਦੇਣਾ। ਔਰ ਜਦੋਂ ਉਹ ਚੀਜ਼ਾਂ ਪੂਰੀਆਂ ਨਹੀਂ ਹੋਈਆਂ ਔਰ ਸਭ ਕੁਛ ਹੌਲੀ ਇੰਨਾ ਗੰਦਾ ਔਰ ਇੰਨਾ ਭੱਦਾ ਨਜ਼ਰ ਆਉਣ ਲੱਗ ਗਿਆ ਕਿ 6-7 ਸਾਲ ਤੋਂ ਮੈਂ ਕਿਨਾਰਾ ਕੀਤਾ ਹੋਇਆ ਸੀ। ਮੈਂ ਘਰ ਬੈਠੀ ਸੀ। ਇੱਕ ਵਾਰੀ ਫੇਰ ਆਸ ਦੀ ਕਿਰਨ ਜਾਗੀ ਆ, ਇੱਕ ਵਾਰੀ ਫੇਰ ਮੌਕਾ ਮਿਲੂਗਾ ਅਤੇ ਮੈਂ ਸੇਵਾ ਕਰੂੰਗੀ ਔਰ ਜ਼ਿੰਦਗੀ ਭਰ ਜਿੰਨੀ ਮੇਰੀ ਬੱਚੀ 10 ਸਾਲ 5 ਸਾਲ ਕਿਸੇ ਨੂੰ ਨਹੀਂ ਪਤਾ ਕਿ ਅਗਲਾ ਪਲ ਹੈ ਕਿ ਨਹੀਂ ਹੈ, ਜਿੰਨੀ ਮੇਰੀ ਬਾਕੀ ਦੀ ਜ਼ਿੰਦਗੀ ਆ ਮੈਂ ਆਮ ਆਦਮੀ ਪਾਰਟੀ 'ਚ ਗੁਜ਼ਾਰੂੰਗੀ। ਜਿੱਤੇ ਹਾਰੇ ਕੁਛ ਹੋਵੇ ਨਾ ਹੋਵੇ ਪਰ ਮੈਂ ਆਮ ਆਦਮੀ ਪਾਰਟੀ ਦੀ ਹਮੇਸ਼ਾ ਵਫਾਦਾਰ ਰਹੂੰਗੀ ਜੀ। ਮੈਡਮ ਜੀ, ਤੁਸੀਂ ਪਹਿਲਾਂ ਅਕਾਲੀ ਦਲ ਵਿੱਚ ਕਾਫੀ ਸੇਵਾ ਕੀਤੀ ਹੈ ਜੀ। ਹੁਣ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਇਹ ਮਤਲਬ ਕਿਸੇ ਅਹੁਦੇ ਲਈ ਮਾਡਲ ਕੀਤੀ ਜਾਂ ਸੇਵਾ ਭਾਵਨਾ ਦੇ ਲਈ ਕੀਤੀ ਜਾਂ ਕੇਜਰੀਵਾਲ ਦੇ ਕੋਈ ਏਜੰਡੇ ਇੱਦਾਂ ਦੇ ਤੁਹਾਨੂੰ ਵਧੀਆ ਲੱਗੇ ਆ, ਇਹਦਾ ਦੱਸੋ। ਜੇ ਤੁਸੀਂ ਮੈਨੂੰ ਜਾਣਦੇ ਹੋ ਤਾਂ ਮੈਂ 20 ਸਾਲਾਂ ਦੇ ਵਿੱਚ ਕਦੀ ਵੀ ਕਿਸੇ ਅਹੁਦੇ ਦੀ ਡਿਮਾਂਡ ਜਾਂ ਮੰਗ ਜਾਂ ਮੇਰੀ ਕੋਈ ਭੱਜ ਦੌੜ ਕਿ ਮੈਂ ਲੀਡਰਾਂ ਦੇ ਪਿੱਛੇ ਭੱਜਦੀ ਫਿਰਾਂ। ਮੇਰਾ ਮਤਲਬ ਸਿਰਫ ਮੈਂ ਲੋਕਾਂ ਦੇ ਨਾਲ ਜੁੜਨਾ ਚਾਹੁੰਦੀ ਸੀ, ਮੈਂ ਲੋਕਾਂ ਦੇ ਨਾਲ ਜੁੜੀ ਰਹੀ ਹਾਂ। ਔਰ ਜੇ ਕੋਈ ਪਾਰਟੀ ਕਹੇ ਕਿ ਮੇਰੀ ਜੇ ਕੋਈ ਪਛਾਣ ਬਣੀ ਆ ਜਾਂ ਮੈਨੂੰ ਅੱਜ ਦਾ ਇਹ ਰੁਤਬਾ ਸਿਰਫ ਕਿਉਂਕਿ ਮੈਂ ਅਕਾਲੀ ਦਲ 'ਚ ਸੀ ਮੈਨੂੰ ਤਾਂ ਮਿਲਿਆ, ਬਿਲਕੁਲ ਇਹ ਗਲਤ ਹੋਏਗਾ। ਮੈਂ ਕਦੀ ਪਾਰਟੀ ਦਾ ਨਾਂ ਨਹੀਂ ਵਰਤਿਆ, ਕਦੀ ਮੈਂ ਪਾਰਟੀ ਤੋਂ ਅਹੁਦੇ ਲਏ ਨਹੀਂ, ਕਦੀ ਮੰਗੇ ਨਹੀਂ। ਬੈਠਿਆਂ ਨੂੰ ਮੈਨੂੰ ਇੱਕ ਦੋ ਵਾਰ ਉਹਨਾਂ ਨੇ ਘਰ ਬੈਠਿਆਂ ਉਹ ਅਕਾਲੀ ਦਲ ਦੀ ਜਨਰਲ ਸਕੱਤਰ ਬਣਾ ਦਿੱਤਾ ਸੀ, ਜਿਹਨੂੰ ਮੈਂ ਐਕਸੈਪਟ ਵੀ ਨਹੀਂ ਕਰਦੀ। ਅਲੱਗ ਤੋਂ ਮਤਲਬ ਪਾਰਟੀ ਤੋਂ ਅਲੱਗ ਔਰਤਾਂ ਨੂੰ ਇੱਕ ਅਲੱਗ ਤੌਰ 'ਤੇ ਲਾਲਚ ਦੇ ਕੇ ਤੋਰਨਾ ਮੈਂ ਉਹਦੇ ਵਿੱਚ ਹੈ ਨਹੀਂ। ਅਤੇ ਇਹ ਮੇਰਾ ਮਕਸਦ ਸਿਰਫ ਸਮਾਜ ਦੇ ਨਾਲ ਜੁੜੇ ਰਹਿਣਾ ਅਤੇ ਸੇਵਾ ਕਰਨਾ ਹੈ ਜੀ। ਇੱਕ ਮੈਡਮ ਜੀ, 2012 ਦੀ ਇਲੈਕਸ਼ਨ ਹੋਈਆਂ ਸੀ ਅਤੇ NRI ਨੇ ਬਹੁਤ ਸਾਥ ਦਿੱਤਾ ਤੁਹਾਡਾ, ਫਾਈਨੈਂਸ਼ੀਅਲ ਵੀ ਔਰ ਵੈਸੇ ਵੀ ਸਾਥ ਦਿੱਤਾ। ਕਿ ਇਸ ਵਾਰ ਵੀ ਕੁਛ ਇੱਦਾਂ ਦੀ ਉਮੀਦ ਹੈਗੀ ਹੈ ਜਾਂ ਪਿੱਛੇ ਹੋਏ NRI ਇਹਦੇ ਨਾਲ? NRIs ਦਾ ਡਿਮੋਰਲਾਈਜ਼ ਹੋਣਾ ਜਿਹੜਾ ਉਹ ਜਾਇਜ਼ ਵੀ ਸੀਗਾ ਕਿਉਂਕਿ ਪਿਛਲੀ ਵਾਰੀ ਲਹਿਰ ਐਕਚੁਅਲੀ ਫੋਰਨ ਦੇ ਵਿੱਚੋਂ ਚੱਲੀ ਸੀ, ਪੰਜਾਬ ਤੱਕ ਪਹੁੰਚੀ, ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਮੋਬਲਾਈਜ਼ ਕੀਤਾ। ਪਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਲੋਕ ਕਾਂਗਰਸ ਪਾਰਟੀ ਦੇ ਜਿਹੜੇ ਖਾਬ ਸੀ ਉਹਨਾਂ ਦੇ ਵਿੱਚ ਆ ਗਏ ਕਿ ਸ਼ਾਇਦ ਇਹੀ ਸਾਡਾ ਬੇੜਾ ਬੰਨੇ ਲਾਉਣਗੇ। ਪਰ ਉਹਨਾਂ ਦੀ ਮਿਹਨਤ ਨੂੰ ਫਲ ਪਿਆ ਹੋਇਆ ਜੀ। ਲੋਕਾਂ ਨੇ ਹੁਣ ਸਮਝ ਲਈ ਹੈ ਗੱਲ। ਬੇਸ਼ੱਕ NRIs ਹੁਣ ਇਸ ਵੇਲੇ ਘੱਟ ਸਾਥ ਦੇਣ, ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤਾਂ ਮੈਨੂੰ ਉਮੀਦ ਆ ਕਿ NRIs ਜਿਹੜੇ ਨਾ ਉਹ ਖੁੱਲ੍ਹ ਕੇ ਪੰਜਾਬ ਦੇ ਵਿੱਚ ਆਪਣਾ ਪੈਸਾ ਵੀ ਲਾਉਣਗੇ, ਸਪੋਰਟ ਵੀ ਕਰਨਗੇ ਅਤੇ ਪੰਜਾਬ ਨੂੰ ਜਿਹੋ ਜਿਹਾ ਉਹ ਦੇਖਣਾ ਚਾਹੁੰਦੇ ਆ ਉਹ ਬਣਾਉਣਗੇ ਜੀ।
ਇੱਕ ਮੈਡਮ ਜੀ ਹੁਣ ਜਿੱਦਾਂ ਭਗਵੰਤ ਮਾਨ ਜੀ ਨੂੰ ਸਾਡਾ ਸੀਐਮ ਚਿਹਰਾ ਅਨਾਉਂਸ ਕੀਤਾ ਆ, ਐਪ ਜਿਹੜੇ ਆ ਉਹ ਅੱਗੇ ਰੱਖ ਰਹੇ ਆ, ਠੀਕ ਹੈ ਜੀ। ਆਪਣੀਆਂ ਜਿਹੜੀਆਂ ਆਪਣੇ ਉਹ ਮੁੱਦੇ ਆ ਜਿਹੜੇ ਉਹ ਛੱਡ ਕੇ ਭਗਵੰਤ ਮਾਨ ਦੇ ਦੁਆਲੇ ਲੱਗੇ, ਇਹ ਮਤਲਬ ਕੀ ਹੈ? ਹਾਂ, ਤੁਸੀਂ ਨਹੀਂ ਆਪਣੇ ਮੂੰਹੋਂ ਕਹਿਣਾ ਤੇ ਵੱਖਰੀ ਗੱਲ ਆ ਕਿ ਭਗਵੰਤ ਮਾਨ ਦਾ ਐਬ ਜਿਹੜਾ ਉਹ ਸਾਹਮਣੇ ਲੈ ਕੇ ਆ ਰਹੇ ਆ, ਉਹਨੂੰ ਐਬ ਨਾ, ਆਪਾਂ ਉਹਨੂੰ ਐਬ ਨਹੀਂ ਕਹਿ ਸਕਦੇ, ਕਿਉਂਕਿ ਜੇ ਤੁਸੀਂ ਇਹ ਜਿਹੜਾ ਲਿਕਰ ਦਾ ਕੰਮ ਆ, ਫਿਰ ਜੇ ਇਹ ਐਬ ਆ ਤਾਂ ਫਿਰ ਇਹ ਹਰ ਗੜੀ ਮੋੜ 'ਤੇ ਠੇਕੇ ਕਿਉਂ ਖੁੱਲ੍ਹੇ ਹੋਏ ਆ ਜੀ? ਬੰਦ ਕਿਉਂ ਨਹੀਂ ਕਰ ਦਿੰਦੇ? ਜੇ ਇਹ ਐਬ ਆ ਤਾਂ ਇਹ ਖੁੱਲ੍ਹੇਆਮ ਵਿਕਦਾ ਕਿਉਂ ਆ ਜੀ? ਔਰ ਹਰ ਪੰਜਾਬੀ ਤੋਂ ਸ਼ੌਕੀਨ ਨੇ ਇਸ ਚੀਜ਼ ਦੇ, ਹਰ ਪੰਜਾਬੀ ਦੇ ਘਰ 'ਚ ਕਿਉਂ ਆ ਜੀ? ਜੇ ਉਹਦੇ ਵਾਸਤੇ ਐਬ ਆ ਤਾਂ ਫਿਰ ਸਾਰਾ ਪੰਜਾਬ ਡਿਫਾਲਟਰ ਹੈ ਜੀ ਇਸ ਐਪ ਦੇ ਵਿੱਚ। ਉਹ ਵਿਚਾਰਾ ਰੇਤਾ ਤਾਂ ਨਹੀਂ ਵੇਚਦਾ, ਉਹ ਡਰੱਗ ਸਮਗਲਿੰਗ ਤਾਂ ਨਹੀਂ ਕਰਦਾ, ਉਹ ਕਿਤੇ ਜਾ ਕੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਤਾਂ ਨਹੀਂ ਕਰਦਾ, ਉਹਦੇ ਖਾਤਿਆਂ ਦੇ ਵਿੱਚੋਂ, ਉਹਦੇ ਘਰਾਂ ਦੇ ਵਿੱਚੋਂ ਅਰਬਾਂ ਕਰੋੜਾਂ ਰੁਪਈਆ ਤਾਂ ਨਹੀਂ ਮਿਲਦਾ। ਇਸ ਐਬ ਨੂੰ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਐਬ ਹੁੰਦਾ। ਇਹਨੂੰ ਐਬ ਨਾ ਮੰਨਦੇ ਹੋਏ ਇੱਕ ਪੰਜਾਬ ਦਾ ਇਹ ਲਾਈਫ ਸਟਾਈਲ ਆ, ਲੋਕ ਇਹੋ ਜਿਹੀ ਜ਼ਿੰਦਗੀ ਜੀਂਦੇ ਨੇ। ਉਹ ਵੀ ਇੱਕ ਸਧਾਰਨ ਇਨਸਾਨ ਆ, ਸਧਾਰਨ ਬਣ ਕੇ ਵਿਚਰਿਆ। ਔਰ ਇਹ ਬਹੁਤ ਮਾੜੀ ਗੱਲ ਹੈ, ਬੜੀ ਵੱਡੀ ਇਹ ਲੋਕਾਂ ਦੀ ਜਿਹੜੀ ਇਸ ਪੋਲੀਟੀਕਲ ਪਾਰਟੀਆਂ ਦੀ ਐਲੀਗੇਸ਼ਨ ਜਿਹੜਾ ਨਾ, ਇਹਨੂੰ ਨਹੀਂ, ਲੋਕ ਨਹੀਂ ਐਕਸੈਪਟ ਕਰਦੇ, ਉਹ ਨਹੀਂ ਮੰਨਦੇ। ਜਿਨ੍ਹਾਂ ਨੇ ਭਗਵੰਤ ਮਾਨ ਲੋਕਾਂ ਦੇ ਦਿਲਾਂ 'ਚ ਵਸਦਾ, ਔਰ ਉਹਨਾਂ ਨੂੰ ਬਹੁਤ ਵੱਡੀ ਆਸ ਆ ਭਗਵੰਤ ਮਾਨ ਦੇ ਕੋਲੋਂ ਕਿ ਇੱਕੋ ਇੱਕ ਪੰਜਾਬੀ ਆ ਜਿਹੜਾ ਕਿਸੇ ਪਾਰਟੀ, ਕਿਸੇ ਵੱਡੇ ਬੰਦੇ, ਕਿਸੇ ਈਡੀ ਦੀ ਤੇ ਕਿਸੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀ ਪਰਵਾਹ ਨਹੀਂ ਕਰਦਾ। ਉਹ ਇੱਕੋ ਇੱਕ ਪੰਜਾਬੀ ਆ, ਔਰ ਸਾਨੂੰ ਬੜਾ ਮਾਣ ਆ ਕਿ ਸਾਡਾ ਆਉਣ ਵਾਲਾ ਸੀਐਮ ਜਿਹੜਾ ਉਹ ਭਗਵੰਤ ਮਾਨ ਹੋਏਗਾ। ਮੈਡਮ ਜੀ, ਪਿਛਲੇ 6-7 ਸਾਲ ਤੋਂ ਪੰਜਾਬ ਨਸ਼ਿਆਂ ਦੀ ਲੜਾਈ ਲੜ ਰਿਹਾ ਜੀ। ਤੇ ਤੁਸੀਂ ਐਜ ਏ ਔਰਤ ਦੇ ਨਾਤੇ ਸ਼ਰਾਬ ਨੂੰ ਨਸ਼ਾ ਮੰਨਦੇ ਹੋ? ਤੁਹਾਡਾ ਬੜਾ ਕੰਪਲੀਕੇਟਡ ਸਵਾਲ ਹੈ ਜੀ। ਮੈਂ ਸਹੀ ਪੁੱਛੋ ਤਾਂ ਮੇਰਾ ਵਾਹ ਨਹੀਂ ਜੀ ਪਿਆ। ਮੇਰੇ ਪੇਰੈਂਟਸ ਦੇ ਵਿੱਚ ਵੀ ਮੇਰਾ ਬ੍ਰਦਰ ਸਾਡੇ ਤੋਂ ਬਹੁਤ ਛੋਟਾ ਸੀ, ਇੱਕੋ ਬ੍ਰਦਰ ਸੀ। ਫਾਦਰ ਸਾਹਿਬ ਮੇਰੇ ਸਾਡੇ ਕੋਲ ਟਰੱਕ ਹੁੰਦੇ ਸੀ, ਉਹ ਟਰੱਕ ਚਲਾਉਂਦੇ ਸੀ, ਬਹੁਤੇ ਬਾਹਰ ਰਹਿੰਦੇ ਸੀ, ਔਰ ਹਫ਼ਤੇ 10 ਦਿਨ ਬਾਅਦ ਕਦੀ ਘਰ ਆਉਂਦੇ ਸੀ। ਮੇਰਾ ਵਾਹ ਨਹੀਂ ਪਿਆ। ਜਦੋਂ ਮੇਰੇ ਇਨ-ਲॉज ਦੇ ਵਿੱਚ ਵੀ ਮੇਰੇ ਹਸਬੈਂਡ ਬਿਲਕੁਲ ਸ਼ਰਾਬ ਨਹੀਂ ਪੀਂਦੇ, ਮੇਰਾ ਬੇਟਾ ਬਿਲਕੁਲ ਸ਼ਰਾਬ ਨਹੀਂ ਪੀਂਦਾ, ਮੇਰੇ ਫਾਦਰ ਇਨ-ਲॉ ਸਾਰੀ ਜ਼ਿੰਦਗੀ ਉਹ ਬਾਹਰ ਰਹੇ ਸੀ। ਉਹ ਕਦੀ ਆਪਣਾ ਕੋਈ ਸ਼ਾਮ ਨੂੰ, ਮੈਨੂੰ ਕੋਈ ਇਹਦੇ ਨਾਲ ਕਦੀ ਮੈਂ ਜ਼ਿੰਦਗੀ 'ਚ ਸ਼ਰਾਬ ਦੇ ਨਾਂ 'ਤੇ ਕਦੀ ਕੋਈ ਤਕਲੀਫ ਮਹਿਸੂਸ ਨਹੀਂ ਕੀਤੀ। ਹਾਂ, ਲੋਕਾਂ ਦਾ ਜ਼ਰੂਰ ਦੇਖਦੇ ਹਾਂ ਕਿ ਹਰ ਬੰਦੇ ਦਾ ਆਪਣਾ ਢੰਗ ਤਰੀਕਾ ਹੁੰਦਾ, ਉਹਨੂੰ ਸੁਲਝਾ ਵੀ ਲਈਦਾ, ਉਹਨੂੰ ਕਰ ਲਈਦਾ। ਜੇ ਇਹ ਸ਼ਰਾਬ ਆ ਤੇ ਫਿਰ ਇਹ ਖ਼ਤਮ ਕਰ ਦੇਣੀ ਚਾਹੀਦੀ। ਪੰਜਾਬ ਦੇ ਵਿੱਚੋਂ ਠੇਕੇ ਨਹੀਂ ਹੋਣੇ ਚਾਹੀਦੇ, ਪੰਜਾਬ ਦੇ ਵਿੱਚ ਇਹ ਵਿਕਣੀ ਨਹੀਂ ਚਾਹੀਦੀ। ਜੇ ਇਹ ਨਸ਼ਾ ਹੈ ਤਾਂ ਇਹ ਮੇਰੇ ਕੋਲੋਂ ਨਾ ਪੁੱਛੋ ਜੀ, ਤੁਸੀਂ ਬੁੱਧੀਜੀਵੀ ਹੋ, ਤੁਸੀਂ ਸਾਰੇ ਹੋ, ਤੁਸੀਂ ਇਹਦੇ ਵਾਸਤੇ ਜੋ ਕਹਿਣਾ ਚਾਹੁੰਦੇ ਉਹ ਜ਼ਰੂਰ ਕਹੋ ਜੀ। ਅਸੀਂ ਤਾਂ ਨਸ਼ਾ ਹੀ ਮੰਨਦੇ ਹਾਂ ਕਿ ਇੱਕ ਪਾਸੇ ਨਜਾਇਜ਼ ਤੌਰ 'ਤੇ ਜਿਹੜਾ ਆਪ ਸਰਕਾਰ ਜਿਹੜੀ ਆ ਉਹ ਠੇਕੇ ਖੋਲ੍ਹ ਕੇ ਨਸ਼ਾ ਵੇਚਦੀ। ਤੁਸੀਂ ਦੇਖਿਆ ਹੋਣਾ ਜੀ, ਲਾਸਟ ਟਾਈਮ ਕਰੋਨਾ ਦੇ ਵਿੱਚ ਜੇ ਸਭ ਤੋਂ ਪ੍ਰੈਫਰੈਂਸ ਦਿੱਤੀ ਗਈ ਸੀ ਕਾਂਗਰਸ ਸਰਕਾਰ ਵੱਲੋਂ, ਤਾਂ ਉਹ ਸ਼ਰਾਬ ਦੇ ਠੇਕਿਆਂ ਨੂੰ ਦਿੱਤੀ ਗਈ ਸੀ ਕਿ ਜੀ ਸਾਡਾ ਅਰਥ ਵਿਵਸਥਾ ਹੀ ਜਿਹੜੀ ਉਹ ਸ਼ਰਾਬ ਦੇ ਸਿਰ 'ਤੇ ਚੱਲਦੀ ਹੈ ਜੀ। ਹੁਣ ਇੱਕ ਸਵਾਲ ਮੇਰਾ ਹੋਰ ਹੈ ਕਿ ਸੰਵਿਧਾਨ ਜਿਹੜਾ ਆ ਉਹ ਚੋਣਾਂ ਨੂੰ ਲੈ ਕੇ ਪਹਿਲਾਂ ਲੋਕਾਂ ਨੂੰ ਹੱਕ ਦਿੰਦਾ ਹੈ ਚੋਣ ਦਾ, ਵੋਟ ਪਾਉਣ ਦਾ। ਉਸ ਤੋਂ ਬਾਅਦ MLA ਚੁਣੇ ਜਾਂਦੇ ਆ, ਉਹਨਾਂ ਨੂੰ ਚੋਣ ਸਰਟੀਫਿਕੇਟ ਮਿਲਦਾ, ਫਿਰ ਹਾਊਸ ਦੇ ਅੰਦਰ ਜਾ ਕੇ MLA ਜਿਹੜੇ ਆ ਉਹ ਆਪਣਾ ਮੁਖੀ ਚੁਣਦੇ ਆ। ਕਿਉਂਕਿ ਤੁਹਾਡੀ ਪਾਰਟੀ ਨੇ ਪੰਜਾਬ ਦੇ ਵਿੱਚ ਸੰਵਿਧਾਨ ਦੀਆਂ ਧੱਜੀਆਂ ਲਾ ਕੇ ਪਹਿਲੇ ਲੋਕਾਂ ਕੋਲ ਜਿਹੜਾ ਆ ਮੁੱਖ ਮੰਤਰੀ ਕਿਹੋ ਜਿਹਾ ਹੋਵੇ, ਕੌਣ ਹੋਵੇ, ਉਹਦੇ ਲਈ ਜਿਹੜੀ ਆ ਇਹ ਟੈਲੀਫੋਨ 'ਤੇ ਵੋਟਿੰਗ ਕਰਾਈ ਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਇਹਨੂੰ ਸੰਵਿਧਾਨ ਦੀਆਂ ਧੱਜੀਆਂ ਨਾ ਮੰਨ ਕੇ, ਮੈਂ ਨਹੀਂ ਮੰਨਦੀ ਕਿ ਇਹ ਸੰਵਿਧਾਨ ਦੀਆਂ ਧੱਜੀਆਂ, ਇਹਨੂੰ ਨਹੀਂ ਕਿਹਾ ਜਾ ਸਕਦਾ। ਇਹ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਹੋਇਆ ਕਿ ਲੋਕਾਂ ਨੂੰ ਆਪਣਾ ਸੀਐਮ ਚੁਣਨ ਦਾ ਮੌਕਾ ਮਿਲਿਆ। ਕਦੀ ਤੁਸੀਂ ਹਿਸਟਰੀ 'ਚ ਨਹੀਂ ਸੁਣਿਆ। ਹਾਂ, ਫੋਰਨ ਦੇ ਵਿੱਚ ਜ਼ਰੂਰ ਲੋਕਾਂ ਨੂੰ ਇਹ ਮੌਕੇ ਮਿਲਦੇ ਆ ਕਿ ਪਾਰਟੀ ਦਾ ਹੈੱਡ ਕੌਣ ਹੋਏਗਾ ਜਾਂ ਕਿਹਨੂੰ ਮੁੱਖ ਰੱਖ ਕੇ। ਪੰਜਾਬ ਦੇ ਵਿੱਚ ਵੀ ਇਹੀ ਹੁੰਦਾ, ਪਾਰਟੀਆਂ ਆਪਣੇ ਸੀਐਮ ਚਿਹਰੇ ਨੂੰ ਮੁੱਖ ਰੱਖ ਕੇ ਇਲੈਕਸ਼ਨ ਲੜਦੀਆਂ, ਪਰ ਉਹ ਸਾਰਿਆਂ ਦੀ ਇੱਛਾ ਮੁਤਾਬਕ ਨਹੀਂ ਹੁੰਦਾ। ਜੇ ਇਹ ਕੰਮ ਕੀਤਾ ਗਿਆ, ਇਹ ਕ੍ਰਾਂਤੀਕਾਰੀ ਕਦਮ ਆ ਜੀ, ਇੱਕ ਨਵੇਂ ਯੁੱਗ ਦੀ ਸ਼ੁਰੂਆਤ ਆ। ਅਸੀਂ ਇਹਨੂੰ ਸੰਵਿਧਾਨ ਦੇ ਨਾਲ ਨਾ ਜੋੜੀਏ ਤਾਂ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਿ ਇਸ ਚੀਜ਼ ਨੂੰ ਸੰਵਿਧਾਨ ਨਾਲ ਨਾ ਜੋੜ ਕੇ ਇੱਕ ਨਵੀਂ ਪਿਰਤ ਦਾ ਆਗਾਜ਼ ਹੋਇਆ, ਇੱਕ ਨਵੇਂ ਯੁੱਗ ਦਾ ਆਗਾਜ਼ ਹੋਇਆ। ਸਾਨੂੰ ਇਹਦਾ ਸਵਾਗਤ ਕਰਨਾ ਚਾਹੀਦਾ ਔਰ ਦੂਸਰੀਆਂ ਪਾਰਟੀਆਂ ਨੂੰ ਵੀ ਇਹੋ ਜਿਹਾ ਜਿਹੜਾ ਰੁਖ ਅਖਤਿਆਰ ਕਰਨਾ ਚਾਹੀਦਾ। ਸਾਰੀਆਂ ਪਾਰਟੀਆਂ ਅੱਖੀਂ ਘੱਟਾ ਪਾ ਕੇ, ਤੁਸੀਂ ਵੀ ਪਾਇਆ ਕਿ ਸੰਵਿਧਾਨ ਨੂੰ ਜਿਹੜਾ ਅੱਖੋਂ ਪਰੋਖੇ ਕੀਤਾ, ਔਰ ਇਲੈਕਸ਼ਨ ਵੀ ਤੁਸੀਂ ਸੰਵਿਧਾਨ ਦੇ ਤਹਿਤ ਲੜ ਰਹੇ ਹੋ। ਤਾਂ ਨਵੀਂ ਪਿਰਤ ਜਿਹੜੀ ਦੱਸ ਰਹੇ ਹੋ
ਕੀ ਇਹ ਸੰਵਿਧਾਨ ਨੂੰ ਅੱਖੋਂ ਪਰੋਖੇ ਕਰਨਾ ਨਹੀਂ ਹੈ? ਇਹ ਤੁਸੀਂ ਨਾ ਇਹਨੂੰ ਕੰਪਲਿਕੇਟਡ ਕਰੋ ਜੀ। ਇਹ ਲੋਕਾਂ ਦੀ ਮੰਗ 'ਤੇ ਜਿਹੜੀ ਚੀਜ਼ ਹੁੰਦੀ ਉਹਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਹਿ ਸਕਦੇ ਜੀ। ਲੋਕ ਜਿਹਨੂੰ ਚਾਹੁੰਦੇ ਆ ਜੇ ਉਹਨੂੰ ਬਣਾਇਆ ਜਾਵੇ ਤਾਂ ਮੈਂ ਸਮਝਦੀ ਹਾਂ ਕਿ ਇਹ ਬਿਹਤਰ ਹੈ ਜੀ। ਮੇਰਾ ਤਾਂ ਸਵਾਲ ਹੈ ਕਿ ਕੀ ਤੁਸੀਂ ਸੰਵਿਧਾਨ ਦੇ ਤਹਿਤ ਕਿਉਂ ਲੜ ਰਹੇ ਹੋ? ਆਈ ਥਿੰਕ ਸੋ ਕਿ ਵੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਇਲੈਕਸ਼ਨ ਲੜ ਰਹੇ ਆ ਕਿ ਪਾਰਟੀ ਹੈੱਡ ਆ ਜਿਹੜੇ ਉਹ ਇੰਨਾ ਤਾਂ ਜਾਣਦੇ ਆ ਕਿ ਵੀ ਅਸੀਂ ਕੀ ਕਰ ਰਹੇ ਹਾਂ ਅਤੇ ਕਿਵੇਂ ਇਲੈਕਸ਼ਨ ਲੜ ਰਹੇ ਹਾਂ ਜੀ। ਤੇ ਫਿਰ ਸੰਵਿਧਾਨ ਦੇ ਤਹਿਤ ਹੀ ਉਹ ਜਿਹੜੀ ਮੰਗ ਕੀਤੀ ਗਈ ਹੈ ਪੰਜਾਬ ਦੇ ਲੋਕਾਂ ਦੀ। ਬਿਲਕੁਲ ਜੀ, ਕੁਛ ਨਾ ਕੁਛ ਉਹਨਾਂ ਨੇ ਰਾਏ ਬਣਾਈ ਹੋਏਗੀ। ਉਹਨਾਂ ਦੇ ਕੋਲ ਵੱਡੇ ਕੀ ਕਹਿੰਦੇ ਆ ਕਿ ਲਾਅ ਦੇ ਸਾਰੇ ਉਹਨਾਂ ਦੇ ਕੋਲ ਵਕੀਲ ਨੇ ਪਰੇ ਤੋਂ ਪਰੇ। ਉਹਨਾਂ ਕੋਲੋਂ ਰਾਏ ਲੈ ਕੇ ਹੀ ਇਹ ਰਸਤਾ ਅਖਤਿਆਰ ਕੀਤਾ ਹੋਏਗਾ। ਸੰਵਿਧਾਨ ਇਜਾਜ਼ਤ ਦਿੰਦਾ ਇੱਦਾਂ ਗੱਲ ਕਰਨੀ? ਮੈਂ ਇਹਦੇ ਬਾਰੇ ਕੁਛ ਨਹੀਂ ਟਿੱਪਣੀ ਕਰਨੀ ਚਾਹੁੰਦੀ। ਠੀਕ ਹੈ, ਹੋਰ ਵੀ ਸਾਥੀਆਂ ਦੇ ਮੈਡਮ ਜੀ, ਇੱਕ ਨਸ਼ਿਆਂ ਬਾਰੇ ਦੱਸੋ ਕਿ ਅੱਜ ਜਵਾਨੀ ਜਿਹੜੀ ਹੈ ਉਹਦੇ ਆ ਬਿਲਕੁਲ ਹਰ ਜੋ ਵੀ ਇਸ ਅੰਤ ਤੱਕ ਦੇ ਐਮਐਲਏ ਆਏ ਆ, ਹਰ ਇੱਕ ਨੂੰ ਪਤਾ ਨਸ਼ਾ ਕਿੱਥੇ ਵਿਕਦਾ, ਪ੍ਰਸ਼ਾਸਨ ਨੂੰ ਪਤਾ ਨਸ਼ਾ ਵੀ ਕਿੱਥੇ ਵਿਕਦਾ, ਪਰ ਅੱਖੋਂ ਪਰੋਖੇ ਕਰ ਦਿੰਦੇ ਆ। ਕਿ ਤੁਸੀਂ ਵੀ ਇਦਾਂ ਹੀ ਕਰੋਗੇ ਜਿੱਤਣ ਤੋਂ ਬਾਅਦ, ਜਾਂ ਤੁਸੀਂ ਇਹਦੇ ਖਿਲਾਫ ਕੋਈ ਕਾਰਵਾਈ ਕਰੋਗੇ, ਬਿਲਕੁਲ ਖਤਮ ਕਰੋਗੇ? ਬਿਲਕੁਲ, ਆਪਾਂ ਸਭ ਤੋਂ ਪਹਿਲਾਂ ਤਾਂ ਅਸੀਂ ਸਿਹਤ ਦਾ ਜਿਹੜਾ ਹੈਲਥ ਦਾ ਇਨਫਰਾਸਟ੍ਰਕਚਰ ਆ ਸਭ ਤੋਂ ਪਹਿਲਾਂ ਉਹਨੂੰ ਬਿਹਤਰ ਕਰਾਂਗੇ। ਹਰ ਜਿਹੜਾ ਜਿੱਦਾਂ ਹੁਣ ਬਿਲਗੇ ਦੇ ਵਿੱਚ ਹਰ ਵਾਰਡ ਦੇ ਵਿੱਚ ਲਾ ਲਓ ਜਾਂ ਹਰ ਤਰੀਕੇ ਨਾਲ ਪਹਿਲਾਂ ਤਾਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਨਸ਼ਾ ਜਿਹੜਾ ਉਹ ਇੰਨੇ ਮਾਰੂ ਨਸ਼ੇ ਨੇ ਇਹ ਜਿਹੜੇ ਪੰਜਾਬ ਦੇ ਵਿੱਚ ਪ੍ਰਚਲਿਤ ਨੇ ਇਸ ਵੇਲੇ, ਜਿਹੜੇ ਇਹਨਾਂ ਨੂੰ ਜੇ ਤੁਸੀਂ ਕਹੋਗੇ ਵੀ ਅਸੀਂ ਉਹਦੇ ਲਈ ਵਾਸਤੇ ਪਾਲਿਸੀ ਤਿਆਰ ਕਰਾਂਗੇ ਬਕਾਇਦਾ, ਕਿਉਂਕਿ ਨਸ਼ੇ ਨੂੰ ਜੇ ਭ੍ਰਿਸ਼ਟਾਚਾਰ ਰਾਤੋਂ ਰਾਤ ਖਤਮ ਕੀਤਾ ਜਾ ਸਕਦਾ, ਉਹਦੀ ਇਜਾਜ਼ਤ ਦਿੱਤੀ ਜਾ ਸਕਦੀ ਆ। ਪਰ ਜੇ ਅਸੀਂ ਕਹੀਏ ਕਿ ਅਸੀਂ ਨਸ਼ੇ ਨੂੰ ਰਾਤੋਂ ਰਾਤ ਜਾਂ 1 ਮਹੀਨੇ ਦੇ ਵਿੱਚ ਜਾਂ 2 ਮਹੀਨੇ 'ਚ ਖਤਮ ਕਰ ਦਈਏ, ਇਟਸ ਨਾਟ ਪੋਸੀਬਲ, ਕਿਉਂਕਿ ਇਹ ਜ਼ਿੰਦਗੀਆਂ ਦਾ ਸਵਾਲ ਆ, ਇਹ ਮਾਵਾਂ ਦੇ ਪੁੱਤਾਂ ਦਾ ਸਵਾਲ ਆ, ਇਹ ਸਾਡੇ ਸਮਾਜ ਦਾ ਜੋ ਬਣ ਚੁੱਕਿਆ ਸਾਰਾ ਸਿਸਟਮ ਉਹਦਾ ਸਵਾਲ ਆ। ਸਭ ਤੋਂ ਪਹਿਲਾਂ ਹੈਲਥ ਦੇ ਸਿਸਟਮ ਨੂੰ ਵਧੀਆ ਬਣਾ ਕੇ ਜਿਹੜੇ ਨਸ਼ੇ ਦੀ ਮਾਰ ਹੇਠ ਆਏ ਹੋਏ ਨੌਜਵਾਨ ਨੇ ਉਹਨਾਂ ਨੂੰ ਪਹਿਲਾਂ ਉਹਨਾਂ ਦਾ ਇਲਾਜ ਕਰਨਾ ਪਏਗਾ ਜੀ। ਇਲਾਜ ਤੋਂ ਬਾਅਦ ਜਿਹੜਾ ਆ ਨਾ ਉਹ ਫਿਰ ਇਹਨੂੰ ਫਿਰ ਤੁਸੀਂ ਰਾਤੋਂ ਰਾਤ ਖਤਮ ਕਰ ਸਕਦੇ ਹੋ, ਫਿਰ ਕੋਈ ਮੈਡਮ ਸਮੱਸਿਆ ਮੇਰਾ ਨਹੀਂ। ਸਵਾਲ ਇਹ ਸੀਗਾ ਵੀ ਚਲੋ ਜਿਹੜੇ ਪੀਂਦੇ ਆ ਉਹਨਾਂ ਦਾ ਤੁਸੀਂ ਇਲਾਜ ਕਰੋਗੇ, ਜਿਹੜੇ ਲੋਕ ਵੇਚਦੇ ਪਏ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਕਰੋਗੇ? ਜਿਹੜਾ ਉਹੀ ਨਾ ਜੀ, ਕਿ ਪਹਿਲਾਂ ਹੈਲਥ ਸਿਸਟਮ ਨੂੰ ਬਿਹਤਰ ਕਰਾਂਗੇ, ਲੋਕਾਂ ਨੂੰ ਇਲਾਜ ਦੇ ਦਾਇਰੇ ਦੇ ਵਿੱਚ ਲੈ ਕੇ ਆਵਾਂਗੇ, ਉਸ ਤੋਂ ਬਾਅਦ ਇਹ ਵੀ ਚੀਜ਼ ਰਾਤੋਂ ਰਾਤ ਖਤਮ ਹੋਣ ਵਾਲੀ ਹੈ ਜੀ। ਇਹਦੇ 'ਤੇ ਬਹੁਤ ਸਖਤ ਕਾਰਵਾਈ ਹੋਏਗੀ ਜੀ, ਸਭ ਜਿੱਥੇ ਜਿੱਥੇ ਕਿਤੇ ਹੈਗਾ, ਕਿਉਂਕਿ ਸਰਕਾਰਾਂ ਵਾਸਤੇ ਕੁਛ ਨਹੀਂ ਵੱਡਾ ਅਤੇ ਪੁਲਿਸ ਨੂੰ ਵੀ ਸਭ ਕੁਝ ਪਤਾ, ਅਤੇ ਇਹਦੇ 'ਤੇ ਇਹਨੂੰ ਖਤਮ ਕੀਤਾ ਜਾਏਗਾ ਜੀ। ਇਹ ਤਾਂ ਪਹਿਲ ਦੇ ਆਧਾਰ 'ਤੇ ਇਹ ਕੰਮ ਕਰਨੇ ਚਾਹੀਦੇ ਜੀ ਸਾਨੂੰ, ਅਸੀਂ ਕਰਾਂਗੇ ਜੀ। ਥੈਂਕ ਯੂ।